ਅੱਜ ਉਸ ਸ਼ਖਸੀਅਤ ਨੂੰ, ਉਸ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਜੋ ਕਿ ਬੜਾ ਹੀ ਮਿੱਠ-ਬੋਲੜੇ ਸੁਭਾਅ ਦਾ ਮਾਲਕ ਹੈ, ਯਾਰਾਂ ਦਾ ਯਾਰ, ਅਤੇ ਹਮੇਸ਼ਾ ਹੀ ਜਿਸਨੇ ਵਧੀਆ ਗਾਇਕੀ ਰਾਹੀਂ ਆਪਣੀ ਗਾਇਕੀ ਦਾ ਸਿੱਕਾ ਮਲਵਾਇਆ ਹੈ। ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਦਾ ਹਾਜ਼ਰ ਨੇ ਸਾਡੇ ਵੀਰ ਸਿੱਪੀ ਗਿੱਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਐਂਡ ਲਸ਼ਕਾਰਾ ਟੀਵੀ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਪੀ ਵੀਰ, ਪਹਿਲਾਂ ਇੱਕ ਰਵਾਇਤੀ ਕਿਸਮ ਦਾ ਸਵਾਲ ਹੈ ਜੀ। ਆਪਣੇ ਪਿਛੋਕੜ ਬਾਰੇ ਸਾਨੂੰ ਜ਼ਰੂਰ ਜਾਣਨਾ ਪਊ ਜੀ। ਪਿਛੋਕੜ ਜੀ, ਮੇਰਾ ਪਿੰਡ ਹੈਗਾ ਮੋਗੇ ਦੇ ਨਾਲ ਜੀ। ਰੌਲੀ ਨਾਮ ਆ ਮੇਰੇ ਪਿੰਡ ਦਾ, ਤੇ ਛੋਟਾ ਜਿਹਾ ਪਿੰਡ ਆ, 3000 ਵੋਟ ਹੋਣੀ ਉਹਦੀ ਜੀ ਜੀ। ਤੇ ਉਸ ਪਿੰਡ ਦਾ ਮੈਂ ਰਹਿਣ ਵਾਲਾ, ਤੇ ਪੜ੍ਹਿਆ ਲਿਖਿਆ ਮੈਂ ਮੋਗੇ ਆ। ਅੱਛਾ ਜੀ। ਡੀਐਮ ਕਾਲਜ ਚ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਸੀਗੀ ਜੀ ਜੀ। ਤੇ ਦੈਟਸ ਆਲ। ਬਾਕੀ ਉਸ ਤੋਂ ਬਾਅਦ ਜਿਹੜਾ ਮਿਊਜ਼ਿਕ ਦਾ ਸਫ਼ਰ ਸੀ ਉਹ ਮੋਗੇ ਤੋਂ ਸ਼ੁਰੂ ਹੋ ਗਿਆ ਸੀਗਾ ਜੀ ਜੀ। ਤੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਸਟੱਡੀ ਕੀਤੀ, ਅਤੇ ਜਦੋਂ ਫਸਟ ਐਲਬਮ ਕੀਤੀ ਦੈਟ ਟਾਈਮ ਮੈਂ ਚੰਡੀਗੜ੍ਹ ਦੇ ਵਿੱਚ ਸੀਗਾ ਜੀ। ਸੋ ਜਿਹੜੀ ਫਸਟ ਐਲਬਮ ਸੀਗੀ ਉਹ ਮੈਨੂੰ ਲੱਗਦਾ ਝੁਮਕੇ ਤੋਂ ਸਟਾਰਟ ਹੋਈ ਸੀ ਜੀ। ਸੋ ਇਹਦੇ ਵਿੱਚ ਖਾਸ ਤੌਰ ਤੇ ਦੇਵੀ ਮੁਕਤਸਰ ਦਾ ਸਾਹਿਬ ਦਾ ਗੀਤ ਸੀਗਾ, ਜਿਹੜਾ ਉਦਾਸ ਗੀਤ ਸੀ ਜੀ। ਹਾਂਜੀ। ਸੋ ਮੈਨੂੰ ਲੱਗਦਾ ਕਿ ਜਿਸ ਗੀਤ ਨਾਲ ਤੁਹਾਡੀ ਇਸ ਫੀਲਡ ਦੇ ਵਿੱਚ ਐਂਟਰੀ ਹੋਈ ਆ, ਬਿਲਕੁਲ ਜੀ, ਤੇ ਉਸ ਗੀਤ ਦੀਆਂ ਸਾਨੂੰ ਲੈਣਾ ਜ਼ਰੂਰ ਸੁਣਾ ਦਿਓ ਜੀ। ਬਿਲਕੁਲ ਜੀ। ਤੇ ਮੇਰੀ ਜੋ ਮੈਂ ਦੱਸਣਾ ਵੀ ਚਾਹੁੰਦਾ ਕਿ ਜਿਹੜੀ ਮੇਰੀ ਸ਼ੁਰੂਆਤ ਹੋਈ ਸੀ ਉਹ ਝੁਮਕਾ ਐਲਬਮ ਸੀ ਜੀ। ਸਟਰੀਟ ਵੇਵ ਜਿਹੜੀ ਕੰਪਨੀ ਆ ਉਹਦੇ ਚੋਂ ਆਈ ਸੀ, ਉਹ ਬਾਈ ਦੇਵੀ ਹੋਰਾਂ ਨੇ ਉਹ ਸ਼ੁਰੂ ਕੀਤੀ ਸੀ ਕੰਪਨੀ। ਅੱਛਾ ਜੀ। ਤੇ ਜਿਹੜੀ ਐਲਬਮ ਸੀ ਪਹਿਲੀ ਝੁਮਕਾ, ਉਹ ਰੈਡੀ ਵੀ ਬਾਈ ਦੇਵੀ ਹੋਰਾਂ ਨੇ ਕੀਤੀ ਸੀਗੀ। ਤੇ ਉਹਦੇ ਚ ਗਾਣਾ ਸੀਗਾ ਜਿਹੜਾ ਇੱਕੋ ਹੀ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਚੱਲਿਆ ਸੀ ਪਹਿਲੀ ਐਲਬਮ ਦਾ ਸੀਗਾ, ਤੂੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ। ਹਾਂਜੀ। ਸੋ ਮੇਰੀ ਲਾਈਫ ਦਾ ਪਹਿਲਾ ਗਾਣਾ ਜੀ, ਤੇ ਮੈਂ ਜ਼ਰੂਰ ਤੁਹਾਨੂੰ ਗਾ ਕੇ ਸੁਣਾਉਣਾ ਜੀ ਉਹ। ਪਾਵੇ ਜੋ ਪਿਆਰ ਭੁੱਲ ਜਾਣ ਵਾਸਤੇ, ਰੋਣ ਦਾ ਕੀ ਫਾਇਦਾ ਬੇਈਮਾਨ ਵਾਸਤੇ, ਉਹ ਯਾਦਾਂ ਨਾਲ ਥੋੜਾ ਥੋੜਾ ਮਰੇ ਕੌਣ ਨੀ, ਭਾਵੇਂ ਹੈ ਅਖੀਰ ਇੱਕ ਵਾਰੀ ਮਰਨਾ, ਨੀ ਤੂੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡ ਤਾਂ ਅਸੀਂ ਵੀ ਤੈਨੂੰ ਯਾਦ ਕਰਨਾ। ਕੀ ਬਾਤ ਹੈ ਜੀ, ਬਹੁਤ ਵਧੀਆ ਜੀ। ਸੋ ਜਿਹੜੀ ਗਾਇਕੀ ਦੀ ਚੇਟਕ ਆ ਜੀ, ਯਕੀਨਨ ਮੈਨੂੰ ਲੱਗਦਾ ਕਿ ਤੁਸੀਂ ਗੱਲਬਾਤ ਕੀਤੀ ਆ ਕਿ ਤੁਸੀਂ ਜਿਹੜੀ ਪਹਿਲੀ ਟੇਪ ਦੀ ਐਂਟਰੀ ਹੋਈ ਆ, ਉਸ ਤੋਂ ਪਹਿਲਾਂ ਆਮ ਜ਼ਿੰਦਗੀ ਦੇ ਵਿੱਚ ਕੀ ਗੁਣਗੁਣਾਇਆ ਕਰਦੇ ਸੀ? ਕਿਹੜਾ ਗਾਇਕ ਸੀ ਜਿਹਨੂੰ ਤੁਸੀਂ ਜ਼ਿਆਦਾ ਚਾਹੁੰਦੇ ਸੀਗੇ ਜੀ, ਜੋ ਤੁਹਾਡਾ ਫੇਵਰਿਟ ਸੀ? ਮੈਂ ਜੀ ਸ਼ੁਰੂ ਤੋਂ ਦੋ ਬੰਦਿਆਂ ਦਾ ਫੈਨ ਸੀ। ਬੁੱਕਸ ਵਿੱਚ ਮੈਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਬਹੁਤ ਪੜ੍ਹਿਆ ਜੀ। ਮੈਨੂੰ ਸ਼ੌਂਕ ਸੀਗਾ, ਉਹੀ ਸ਼ੌਂਕ ਮੈਨੂੰ ਪਿਆ ਸੀਗਾ ਜਦੋਂ ਮੈਂ ਬਾਈ ਦੇਵੀ ਦੀ ਸੰਗਤ ਕਰਨੀ ਸ਼ੁਰੂ ਕੀਤੀ ਸੀ। ਉਹਨਾਂ ਨੇ ਮੈਨੂੰ 2 ਕਿਤਾਬਾਂ ਦਿੱਤੀਆਂ ਸੀ, ਚਰਨ ਸਿੰਘ ਸਫਰੀ ਸਾਹਿਬ ਦੀਆਂ ਜੀ। ਉਹ ਮੈਂ ਬੁੱਕਸ ਜਦੋਂ ਪੜ੍ਹੀਆਂ ਤੇ ਮੈਨੂੰ ਬੜਾ ਵਧੀਆ ਲੱਗਾ। ਉਸ ਤੋਂ ਬਾਅਦ ਫਿਰ ਮੈਂ ਜੋ ਮੈਨੂੰ ਸ਼ੌਂਕ ਪਿਆ ਪੜ੍ਹਨ ਦਾ, ਉਹ ਸੀਗਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ। ਤੇ ਸੁਣਦਾ ਮੈਂ ਜ਼ਿਆਦਾ ਸੀਗਾ ਜਿਹਨਾਂ ਦਾ ਮੈਂ ਅੱਜ ਵੀ ਫੈਨ ਆ, ਸੁਖਵਿੰਦਰ ਸਿੰਘ ਦਾ ਜੀ। ਤੇ ਉਸ ਮਤਲਬ ਵੀ ਮੈਂ ਪਾਗਲਾਂ ਵਾਂਗੂ ਸੁਣਿਆ ਉਸ ਬੰਦੇ ਦੇ ਗਾਣਿਆਂ ਨੂੰ, ਸੁਖਵਿੰਦਰ ਸਿੰਘ। ਤੇ ਅੱਜ ਮੈਨੂੰ ਲੱਗਦਾ ਵੀ ਥੋੜੇ ਜਿਹੇ ਘੱਟ ਕਰਨ ਲੱਗ ਗਏ ਨੇ ਗਾਣੇ, ਬਟ ਮੈਂ ਜੇ ਕੱਟੜ ਫੈਨ ਕਹਿ ਲੂ ਤਾਂ ਮੈਂ ਉਸ ਬੰਦੇ ਦਾ ਫੈਨ ਆ। ਪਰ ਸਾਨੂੰ ਕਿਉਂ ਹੀ ਮਹਿਸੂਸ ਹੁੰਦਾ ਜੀ ਕਿ ਜੋ ਤੁਹਾਡੀ ਦੇਖਾ ਜਾਂ ਤੁਹਾਡਾ ਜੋ ਬੋਲ ਚਾਲ ਦਾ ਅੰਦਾਜ਼ ਆ ਤੁਹਾਡਾ, ਜਾਂ ਗਾਇਕੀ ਦਾ ਅੰਦਾਜ਼ ਆ ਜੀ, ਬੱਬੂ ਮਾਨ ਵਰਗਾ ਜੀ? ਆੜੋ ਜੀ, ਇਹ ਤਾਂ ਮੈਨੂੰ ਲੱਗਦਾ ਕਿ ਮੈਨੂੰ ਦੱਸਣਾ, ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਮੈਨੂੰ ਜਿੱਦਾਂ ਕੋਈ ਬੰਦਾ ਗੱਲ ਕਰਦਾ ਵੀ ਇੱਕ ਤਾਂ ਕਹਿ ਲਓ ਕਿ ਸ਼ਕਲ ਤਾਂ ਨਹੀਂ ਕਿਸੇ ਨਾਲ ਮਿਲ ਸਕਦੀ, ਤਾਂ ਕੁਦਰਤ ਦੀਆਂ ਗੱਲਾਂ ਨੇ, ਜੇ ਮਿਲਦੀ ਆ ਤਾਂ ਇਹ ਕੁਦਰਤ ਵੱਲੋਂ ਬਣਾਈ ਹੋਈ ਚੀਜ਼ ਆ। ਤੇ ਸੈਕੰਡਲੀ ਜਦੋਂ ਤੱਕ ਰਹੀ ਗੱਲ ਕਿ ਕਈ ਵਾਰੀ ਹੋ ਸਕਦਾ ਕਿ ਜਿਹੜੇ ਰਾਈਟਰਾਂ ਨੂੰ ਮੈਂ ਪੜ੍ਹਦਾ ਉਸੇ ਰਾਈਟਰ ਨੂੰ ਉਹ ਇਨਸਾਨ ਵੀ ਪੜ੍ਹਦਾ ਹੋਵੇ। ਤੇ ਦੂਸਰੀ ਗੱਲ ਇਹ ਹੈ ਕਿ ਸਾਡੀ ਜੋ ਪੰਜਾਬੀ ਗਾਇਕੀ ਦੇ ਜ਼ਿਆਦਾਤਰ ਗਾਣੇ ਜਿਹੜੇ ਉਹ ਭੈਰਵੀ ਰਾਗ ਦੇ ਵਿੱਚ ਹੁੰਦੇ ਨੇ। ਤੇ ਜਦੋਂ ਭੈਰਵੀ ਰਾਗ ਦੇ ਵਿੱਚ ਜਦੋਂ ਸੇਮ ਗਾਣੇ ਤੁਸੀਂ ਉਹ ਕਰਦੇ ਹੋ, ਤੁਸੀਂ ਪੜ੍ਹਦੇ ਹੋ ਉਹਨਾਂ ਬੰਦਿਆਂ ਨੂੰ, ਆ ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਸ਼ਾਇਦ ਸਾਨੂੰ ਲੱਗਣ ਲੱਗ ਜਾਂਦਾ ਉਸ ਚੀਜ਼ ਨੂੰ ਲੈ ਕੇ ਨਾ, ਮੇਬੀ ਦੈਟਸ ਦਾ ਰੀਜ਼ਨ। ਵੈਸੇ ਤੁਸੀਂ ਮਤਲਬ ਕਿੰਨੇ ਫੈਨ ਹੋ ਜੀ ਬੱਬੂ ਮਾਨ ਦੇ? ਮੈਂ ਪੰਜਾਬੀ ਇੰਡਸਟਰੀ ਦੇ ਹਰੇਕ ਬੰਦੇ ਦਾ ਫੈਨ ਆ ਜੀ। ਓਨੈਸਟਲੀ ਆਸਕਿੰਗ ਜੀ, ਅੱਜ ਦੇ ਟਾਈਮ ਤੇ ਮੈਂ ਕੋਈ ਵੀ ਨਵਾਂ ਗਾਣਾ ਆਵੇ ਪੁਰਾਣਾ ਆਵੇ ਹਨਾ, ਚਾਹੇ ਕੋਈ ਜਿੰਨਾ ਵੀ ਨਵਾਂ ਆਰਟਿਸਟ ਆ, ਓਨੈਸਟਲੀ ਆਸਕਿੰਗ ਦਿਲੋਂ ਕਹਿੰਦਾ ਕਿ ਮੈਂ ਬਹੁਤ ਸੁਣਦਾ। ਮੈਂ ਵੀ ਜਿਹੜਾ ਗਾਣਾ ਹਿੱਟ ਹੋ ਗਿਆ ਮੈਂ ਸੁਣਦਾ ਹੀ ਸੁਣਦਾ ਜੇ ਉਹਦਾ। ਪਰ ਜੇ ਕੱਟੜ ਫੈਨ ਦੀ ਗੱਲ ਕਰੀਏ, ਜੇ ਕੋਈ ਬੰਦਾ ਤੁਸੀਂ ਮੇਰੀਆਂ ਪੁਰਾਣੀਆਂ ਇੰਟਰਵਿਊ ਸੁਣੋਗੇ ਉਹਦੇ 'ਚ ਮੈਂ ਇੱਕ ਹੋਇਆ ਕਿ ਸੁਖਵਿੰਦਰ ਸਿੰਘ ਦਾ ਮੈਂ ਕੱਟੜ ਫੈਨ ਆ ਜੀ, ਬਹੁਤ ਸੁਣਿਆ ਉਹਨਾਂ ਨੂੰ ਹਨਾ। ਪਰ ਜੇ ਗੱਲ ਕਰੀਏ ਵੀ ਗਾਣਿਆਂ ਦੇ ਵਿੱਚ ਬਾਕੀ ਮੈਂ ਸਭ ਨੂੰ ਸੁਣਦਾ। ਗੁਰਦਾਸ ਮਾਨ ਸਾਹਿਬ ਤੋਂ ਉੱਪਰ ਤਾਂ ਕਿਸੇ ਨੇ ਕੀਤਾ ਹੀ ਨਹੀਂ। ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਨਾ, ਅੱਜ ਵੀ ਉਹ ਬੰਦਾ ਇੱਕ ਲੀਜੈਂਡ ਨੇ, ਉਹ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬੋਰਡ ਨੇ
ਪੰਜਾਬੀ ਗਾਇਕੀ ਦੇ। ਬਿਲਕੁਲ ਜੀ। ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ, ਬਹੁਤ ਵਧੀਆ ਟੇਪ ਸੀ ਤੁਹਾਡੀ, ਜਿਹਦੇ ਵਿੱਚ ਤਕਰੀਬਨ ਜਿਵੇਂ ਸੁਸਪੁਰੀ ਸਾਹਿਬ ਦੀ ਗੱਲ ਚੱਲੀ ਹੈ ਕਿ ਉਹਨਾਂ ਦਾ ਗੀਤ ਹਿੱਟ ਹੋਇਆ ਸਾਡਾ ਜਿਹੜਾ ਅਰਦਾਸ ਗੀਤ ਸੀ। ਇੱਕਦਮ ਰੋਮਾਂਟਿਕ ਤੇ ਅਰਦਾਸ ਗੀਤਾਂ ਤੋਂ ਬਾਅਦ ਤੁਸੀਂ ਇੱਕਦਮ ਹਥਿਆਰਾਂ ਵਾਲੇ ਗੀਤਾਂ ਵੱਲ ਆ ਗਏ ਜੀ। ਤੇ ਹਾਲਾਂਕਿ ਜੇ ਆਪਾਂ ਦੇਖੀਏ ਤਾਂ ਜੱਟਾਂ ਦੇ ਪੁੱਤ ਤਾਂ ਆਪਣੇ ਖੇਤਾਂ ਦੀ ਜਾਂ ਵੱਟਾਂ ਦੀ ਗੱਲ ਕਰਦੇ ਆ ਜੀ। ਸੋ ਇਹ ਇੱਕਦਮ ਗਰਮ ਖਿਆਲੀ, ਮੈਂ ਕਹਾਂਗਾ ਵੀ ਸਿੱਪੀ ਗਿੱਲ ਗਰਮ ਖਿਆਲੀ ਇਨਸਾਨ ਕਿਵੇਂ ਬਣ ਗਏ ਜੀ? ਜਦੋਂ ਮੈਂ ਪਹਿਲੀ ਐਲਬਮ ਕੀਤੀ ਸੀ ਬਾਈ ਜੀ, ਉਹ ਜਿਹੜੀ ਐਲਬਮ ਸੀਗੀ ਉਹਦੇ ਚ ਜਦੋਂ ਮੈਂ ਟਰੂ ਦੱਸਦਾ ਸਾਰੀਆਂ ਚੀਜ਼ਾਂ ਸੱਚਾਂ ਨਾ ਜੀ, ਮੈਂ ਜਦੋਂ ਦੇਵੀ ਬਾਈ ਹੋਰਾਂ ਨੂੰ ਮਿਲਿਆ, ਮੈਂ ਕਿਹਾ ਵੀ ਮੈਂ ਤੁਹਾਨੂੰ ਮਾਮਾ ਜੀ ਕਹਿੰਦਾ ਸੀ, ਮੈਂ ਕਿਹਾ ਵੀ ਮੈਂ ਨਾ ਮਾਮਾ ਜੀ ਟੇਪ ਕਰਨਾ ਚਾਹੁੰਦਾ। ਔਰ ਮੈਂ ਗਾਣੇ ਉਦੋਂ ਕਮਲ ਹੀਰ ਦਾ ਗਾਣਾ ਹਿੱਟ ਹੋਇਆ ਸੀ ਵੀਰ ਦਾ, ਕੈਂਠੇ ਵਾਲਾ ਪੁੱਛੇ ਤੇਰਾ ਨਾਂ ਨਾ, ਮੈਂ ਕਿਹਾ ਮੈਂ ਇਹੋ ਜਿਹਾ ਮੈਟਰ ਕਰਨਾ ਚਾਹੁੰਦਾ। ਮੈਂ ਉਹਨਾਂ ਦੇ ਨਾਲ ਦਵਿੰਦਰ ਖੰਨੇ ਵਾਲਾ ਬਾਈ ਉਹਨਾਂ ਨੂੰ ਮਿਲਿਆ ਨਾ, ਖੰਨੇ ਜਾ ਕੇ ਅਸੀਂ ਮਿਲੇ। ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਸਿੱਪੀ, ਤੂੰ ਜੋ ਚਾਹੇਂਗਾ ਆਪਾਂ ਉਹ ਜਿਹਾ ਕਰਕੇ ਦੇਵਾਂਗੇ। ਰਾਈਟ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਨਾ। ਅਸੀਂ ਜਦੋਂ ਮਿਲੇ ਜਾ ਕੇ ਉਹਨਾਂ ਨੂੰ, ਤੇ ਮੈਂ ਕਿਹਾ ਵੀ ਮੈਨੂੰ ਗਾਣੇ ਉਹੋ ਜਿਹੇ ਚਾਹੀਦੇ ਆ। ਮੈਂ ਕੀਤੇ ਗਾਣੇ। ਮੇਰੀ ਉਸ ਐਲਬਮ ਦੇ ਵਿੱਚੋਂ ਸਿਰਫ ਇੱਕੋ ਗਾਣਾ ਮੈਨੂੰ ਲੱਗਦਾ ਜੋ ਚੱਲਿਆ ਸੀ, ਉਹ ਸੀ ਤੂੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ। ਤੇ ਮੈਂ ਉਸ ਐਲਬਮ ਤੋਂ ਬਾਅਦ ਗਾਣਾ ਤਾਂ ਬਹੁਤ ਹਿੱਟ ਹੋ ਗਿਆ ਵੱਡਾ ਉਹ, ਪਰ ਮੈਂ ਸ਼ੋਅ ਸਿਰਫ ਇੱਕੋ ਲਾਇਆ ਸੀਗਾ। ਅੱਛਾ। ਤੇ ਉਹ ਲਾਇਆ ਸੀਗਾ ਮਤਲਬ ਜੇ ਜਿਹੜਾ ਪ੍ਰੋਫੈਸ਼ਨਲੀ ਆਈ ਥਿੰਕ 38,000 ਦੇ ਵਿੱਚ ਦੈਟ ਟਾਈਮ ਹੈ ਨਾ। ਉਸ ਤੋਂ ਬਾਅਦ ਮੈਂ ਕੋਈ ਸ਼ੋਅ ਨਹੀਂ ਲਾਇਆ। ਪਰ ਉਸ ਐਲਬਮ ਦੇ ਉੱਪਰ ਜੇ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਬਾਈ ਮੈਂ ਨੀਅਰ ਅਬਾਊਟ ਨਾ ਉਸ ਐਲਬਮ ਦੇ ਉੱਪਰ ਖਰਚ ਕਰਤਾ ਹੋਊਗਾ। ਉਸ ਟਾਈਮ ਸੋਹਣੇ ਗੱਡੀ ਵੀ ਮੈਨੂੰ ਘਰਦਿਆਂ ਨੇ ਗਿਫਟ ਕੀਤੀ 25-27 ਲੱਖ ਰੁਪਇਆ ਉਸ ਵੇਲੇ। ਰਾਈਟ, ਆਊਟਪੁੱਟ ਨਹੀਂ ਸੀ। ਅਗਲੀ ਟੇਪ ਮੈਂ ਕੀਤੀ ਜਿਹਦਾ ਨਾਮ ਸੀਗਾ ਬੈਚਲਰ, 3 ਸਾਲ ਬਾਅਦ ਕੀਤੀ ਮੈਂ ਨਾ। ਉਸ ਟੇਪ ਤੋਂ ਬਾਅਦ ਮੈਂ 3 ਸਾਲ ਗੈਪ ਰੱਖਿਆ, ਪੂਰਾ ਸਟਰਗਲ ਕੀਤਾ ਮੈਂ, ਲਾਈਕ ਆਪ ਫਿਰ ਲਿਖਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ। ਫਿਰ ਉਹਦੇ 8-9 ਗਾਣੇ ਸੀ, ਉਹ 'ਚ ਸਾਰੇ ਮੇਰੇ ਆਪ ਦੇ ਲਿਖੇ ਸੀ। ਮੈਂ ਉਹ ਜੱਜ ਕੀਤਾ ਕਿ ਸਾਡੀ ਆਡੀਅנס ਚਾਹੁੰਦੀ ਕੀ ਆ। ਉਹ ਟੇਪ ਦੇ ਵਿੱਚ ਅੱਜ ਵੀ ਮੈਨੂੰ ਯਾਦ ਆ, ਉਹ ਟੇਪ ਤੇ ਮੈਂ ਸਿਰਫ 5 ਲੱਖ ਰੁਪਇਆ ਲਾਇਆ ਸੀ ਉਸ ਵੇਲੇ। ਅੱਛਾ ਜੀ। ਰਾਈਟ, ਟੀ ਸੀਰੀਜ਼ ਨੂੰ ਟੇਪ ਸੁਣਾਈ ਤੇ ਉਹ ਕਹਿੰਦੇ ਵੀ ਬਸ ਤੈਨੂੰ ਜਾਣ ਨਹੀਂ ਦੇਣਾ, ਤੂੰ ਸਾਡਾ ਆਰਟਿਸਟ ਆ। ਅੱਛਾ, ਠੀਕ ਹੈ ਜੀ। ਮਤਲਬ ਉਹ ਜਦੋਂ ਐਲਬਮ ਰਿਲੀਜ਼ ਹੋਈ, ਉਹ ਐਲਬਮ ਐਡੀ ਮੇਰੇ ਲਈ ਮੇਰੀ ਲਾਈਫ ਦਾ ਇੱਕ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ। ਉਸ ਦਿਨ ਤੋਂ ਬਾਅਦ ਮੇਰੇ ਕੋਲੇ ਕਮੀ ਨਹੀਂ ਸੀ ਸ਼ੋਜ਼ ਦੀ, ਜਾਂ ਮੈਨੂੰ ਲੱਗਦਾ ਕਿ ਮੈਨੂੰ ਦੱਸਣਾ ਨਹੀਂ ਸੀ ਪੈਂਦਾ ਕਿ ਵੀ ਬਾਕੀ ਯਾਰ ਮੈਨੂੰ ਲੱਗਦਾ ਵੀ ਇੱਕ ਸ਼ਕਲ ਦੀ ਪਹਿਚਾਣ ਬਣ ਗਈ ਸੀ। ਜੀ 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 ਜੀ। ਸੋ ਮੈਂ ਸੋਚਦਾ ਵੀ ਘਰ ਫੂਕ ਕੇ ਤਮਾਸ਼ਾ ਵੇਖਣਾ ਬਹੁਤ ਔਖਾ ਹੁੰਦਾ ਕਿੰਨੀ ਕੁ ਵਾਰੀ ਦੀ, ਹੈ ਨਾ। ਸੋ ਜੋ ਸਾਡੇ ਯੰਗਸਟਰ ਮੈਥੋਂ ਸੁਣਨਾ ਚਾਹੁੰਦੇ ਸੀ, ਸ਼ਾਇਦ ਮੈਂ ਉਹ ਕੀਤਾ ਜੋ ਉਹ ਚਾਹੁੰਦੇ ਸੀਗੇ। ਜੀ ਜੀ ਜੀ। ਦੈਟਸ ਵਾਈ ਮੈਂ ਕਲੀਅਰ ਸੱਚੀ ਗੱਲ ਦੱਸ ਰਿਹਾ ਕਿ ਮੇਰੇ ਉਹ ਗਾਣੇ ਮੈਂ ਚਾਹੁੰਦਾ ਸੀ ਕਿ ਮੈਂ ਵੀ ਉਹੋ ਜਿਹੇ ਗਾਣੇ ਗਾਵਾਂ ਜੀ। ਮੈਂ ਗਾਣੇ ਦੀ ਡਿਮਾਂਡ ਹੀ ਇਹ ਕੀਤੀ ਸੀ ਵੀ ਅੱਜ ਵੀ ਤੁਸੀਂ ਕਿਤੇ ਬਾਈ ਹੋਰਾਂ ਨੂੰ ਮਿਲੋਗੇ ਤਾਂ ਮੈਂ ਇਹੀ ਕਿਹਾ ਸੀ ਕਿ ਯਾਰ ਮੈਨੂੰ ਕੈਂਠੇ ਵਾਲਾ ਗਾਣੇ ਵਰਗੇ ਗਾਣੇ ਚਾਹੀਦੇ ਨੇ, ਪਰ ਮੇਰੇ ਮੂੰਹ ਨਹੀਂ ਸੁਣੇ ਉਹ ਮੇਰੀ ਆਡੀਅנס ਨੇ, ਨਾ। ਫਿਰ ਮੈਂ ਉਹ ਕੀਤਾ ਜੋ ਆਡੀਅנס ਚਾਹੁੰਦੀ ਹੈ। ਸੋ ਜੇ ਤੁਹਾਡਾ ਹੋ ਸਕਦਾ ਸੀ, ਜੇ ਤੁਹਾਡਾ ਕੋਈ ਬੀਟ ਵਾਲਾ ਇਹੋ ਜਿਹਾ ਸੌਂਗ ਕਲਿੱਕ ਹੋ ਜਾਂਦਾ ਤਾਂ ਤੁਸੀਂ ਇੱਧਰ ਨੂੰ ਸ਼ਾਇਦ ਨਾ ਇਸ ਰੂਪ ਪਾਉਂਦੇ ਨਾ। ਹਾਂਜੀ, ਹੋ ਸਕਦਾ ਜੀ। ਪਰ ਮੈਨੂੰ ਲੱਗਦਾ ਕਿ ਅੱਜ ਵੀ ਜੇ ਤੁਸੀਂ ਦੇਖ ਲਓ ਵੀ ਜਦੋਂ ਮਤਲਬ ਮੈਂ ਇਸ ਤੋਂ ਪਹਿਲਾਂ ਇੱਕ ਗਾਣਾ ਸੀਗਾ ਕਿਤੇ ਉਹ ਇੱਕ ਪ੍ਰੋਬਲਮ ਹੋ ਗਈ ਸੀ ਗਾਣੇ ਤੇ, ਚੱਲਦਾ ਰਹਿੰਦਾ ਲਾਈਫ ਵਿੱਚ ਕੰਟਰੋਵਰਸੀ ਹੋ ਗਈ ਸੀ। ਮੈਂ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ, ਮੈਂ ਇਹੋ ਜਿਹੇ ਗਾਣੇ ਨਹੀਂ ਕਰਨੇ ਨਾ 10 ਮਿੰਟ ਗਾਣੇ ਤੋਂ ਬਾਅਦ। ਹਾਂਜੀ, ਪਰ 10 ਮਿੰਟ ਦੇ ਵਿੱਚ ਜਿਵੇਂ 10 ਮਿੰਟ ਦੀ ਗਾਣੇ ਦੀ ਗੱਲ ਕਰਾਂ ਜੀ, ਚਲੋ ਤੁਸੀਂ ਫਿਲਮਾਂ 'ਚ ਬਾਅਦ 'ਚ ਆਏ ਹੋ ਜੀ, ਪਰ ਉਹ ਜਿਹੜੀ ਉਸ ਦੇ ਵਿੱਚ ਥੋੜੀ ਡਾਇਲੌਗ ਡਿਲੀਵਰੀ ਸੀ ਨਾ, ਉਹਦੇ ਵਿੱਚ ਕੀ ਡਾਇਲੌਗ ਸੀਗਾ? ਉਹ ਸੀਗਾ ਵੀ ਹਾਂ ਨਹੀਂ 10 ਦਿਨ ਪਹਿਲਾਂ ਤੈਨੂੰ ਮੈਂ ਤੇਰੀਆਂ ਥੋੜੀਆਂ 10,000 ਮਿਹਨਤਾਂ ਕੀਤੀਆਂ ਤੇ ਹੁਣ 10 ਮਿੰਟ ਬਾਅਦ ਮੇਰੀ। ਹਾਂ, ਮੈਂ ਉਹੀ ਦੱਸਣਾ ਐਕਚੁਅਲੀ ਪਤਾ ਕਾਰਨ ਜਦੋਂ ਅਸੀਂ ਉਹ ਗਾਣਾ ਵੀ ਸ਼ੂਟ ਕੀਤਾ ਸੀ ਵੀ ਮੈਂ ਲਾਈਕ ਮੈਂ ਕੋਈ ਵੀ ਪੰਗਾ ਲੈ ਲੈਣਾ, ਮੈਨੂੰ ਤਾਂ ਯਾਰ ਵੀ ਦੇਖੋ ਜਦੋਂ ਸਾਡਾ ਪੰਜਾਬੀ ਬੰਦਾ ਕੋਈ, ਜਿਵੇਂ ਤੁਸੀਂ ਦੇਖੋ ਵੀ ਅਮਿਤਾਭ ਬੱਚਨ ਜੀ, ਹਨਾ, ਉਹ ਬਹੁਤ ਵੱਡੇ ਨਾਮ ਨੇ, ਜਾਂ ਬਾਲੀਵੁੱਡ ਦਾ ਕੋਈ ਵੀ ਬੰਦਾ, ਉਹਨਾਂ ਨੇ ਪਾ ਫਿਲਮ ਕੀਤੀ ਹੈ ਨਾ ਜੀ। ਬਿਲਕੁਲ, ਉਹ 'ਚ ਹੋਰ ਕਰੈਕਟਰ ਆ ਤੇ ਮਤਲਬ ਉਹ ਲੁੱਕ ਕਿਹੋ ਜਿਹੀ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਕੀਤੀ ਆ ਦੂਸਰੀ, ਜਿਵੇਂ ਇੱਕ ਗਾਣਾ ਆਇਆ ਸੀ ਜੂਮ ਬਰਾਬਰ, ਉਹ 'ਚ ਉਹਨਾਂ ਦੇ ਕੱਪੜੇ ਪਾਏ ਆ, ਮੋਰ ਦੇ ਖੰਭ ਸਿਰ ਤੇ ਲਾਏ, ਤੇ ਅਸੀਂ ਐਕਸੈਪਟ ਕਰ ਲੈਂਦੇ ਕਿ ਨਹੀਂ, ਹੀ ਕੈਨ ਡੂ ਦੈਟ। ਪਰ ਜਦੋਂ ਸਾਡਾ ਪੰਜਾਬੀ ਬੰਦਾ ਇਹੋ ਜਿਹਾ ਕੁਛ ਕਰਦਾ, ਅਸੀਂ ਕੁਛ ਨਵਾਂ ਤਜਰਬਾ ਕਰਦੇ। ਜਿਵੇਂ ਸੀ ਜਿਹੜਾ ਗਾਣਾ ਵੀ ਸ਼ੂਟ ਕੀਤਾ ਸੀ, ਉਹ ਟੋਟਲੀ ਇਟ ਵਾਸ ਬੇਸਡ ਔਨ ਕਿ ਇੱਕ ਸਾਊਥ ਦਾ ਕਨਸੈਪਟ ਚੱਕਿਆ ਸੀ ਅਸੀਂ, ਜਿਹਦੇ 'ਚ ਤੁਸੀਂ ਜਿਹੜਾ ਮਤਲਬ ਕੁੜੀ ਦਾ ਫਾਦਰ ਸੀ ਉਹਦੇ ਵੀ ਲੰਬੇ ਜਿਹੇ ਵਾਲ ਸੀ, ਮਤਲਬ ਕਾਲੇ ਰੰਗ ਦਾ ਪੱਕੇ ਰੰਗ ਦਾ ਬੰਦਾ ਲਿਆ ਸੀ ਸਾਊਥ ਦਾ। ਅਸੀਂ ਸਮੋ ਗੱਡੀਆਂ ਯੂਜ਼ ਕੀਤੀਆਂ ਸੀ, ਸਾਊਥ ਯੂਜ਼ ਕੀਤੀਆਂ ਜਾਂਦੀਆਂ ਸੀ, ਕੋਟੀ ਐਵਰੀਥਿੰਗ ਉਹ ਸਟਾਈਲ ਦਾ ਕੀਤਾ ਸੀਗਾ। ਪੰਜਾਬੀ 'ਚ ਕੁਛ ਡਿਫਰੈਂਟ ਹੈ ਨਾ। ਚਲੋ ਉਹ 'ਚ ਕੁਛ ਮਿਸਟੇਕਸ ਹੋ ਜਾਂਦੀਆਂ ਨੇ, ਤੇ ਮੈਂ ਆਲਵੇਜ਼ ਸਾਡੀ ਆਡੀਅנס ਦਾ ਤੋਂ ਵੱਡਾ ਤਾਂ ਕੋਈ ਹੈ ਨੀਗਾ, ਪਰ ਕਦੇ ਅਟੈਂਸ਼ਨ ਨਹੀਂ ਹੁੰਦੀ ਕਿ ਅਸੀਂ ਵੀ ਆਪਦੇ ਧਰਮ ਦੇ ਖਿਲਾਫ ਜਾਈਏ ਜਾਂ ਆਪਦੇ ਗੁਰੂ ਦੇ ਖਿਲਾਫ ਜਾਈਏ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਉਹ ਇਨਸਾਨ ਹਾਂ ਕਿ ਜਦੋਂ ਮੈਂ ਪਿੰਡੋਂ ਨਿਕਲਦਾ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਿਕਲਦਾ ਗੁਰਦੁਆਰਾ ਸਾਹਿਬ। ਰਾਈਟ, ਸੋ ਬਟ ਇਹ ਵੀ ਐਸੀਆਂ ਚੀਜ਼ਾਂ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਇਹ ਗਾਣੇ ਨਹੀਂ ਕਰਨੇ, ਹੈ ਨਾ। ਦੈਨ ਆਈ ਚੇਂਜ ਕਿ ਮੈਂ ਚਲੋ ਠੀਕ ਹੈ ਵੀ ਹੋਰ ਗਾਣੇ ਕਰਦੇ, ਪਰ ਓਨੈਸਟਲੀ ਟਰੂਲੀ ਫਿਰ ਉਹੀ ਹੋਇਆ ਜੋ ਉਦੋਂ ਹੋਇਆ ਸੀ।
ਪਹਿਲੀ ਟੇਪ ਵੇਲੇ ਹੋਇਆ ਸੀਗਾ। ਅੱਛਾ, ਫਿਰ ਮੁੜ ਕੇ ਹੋਈ repeat? 3-4 ਗਾਣੇ ਮੈਂ 3-4 ਲਾਈਕ ਉਹ ਐਲਬਮ ਸੀ ਗਾਣੇ ਕੀਤੇ। ਮੈਨੂੰ ਲੱਗਦਾ ਸੀ ਯਾਰ ਵੀ ਉਹ ਰਿਸਪੌਂਸ ਹੀ ਨਹੀਂ ਮਿਲ ਰਿਹਾ, ਔਰ ਮੇਰੀ ਆਡੀਅנס ਮੈਨੂੰ ਮੈਸੇਜ ਕਰ ਰਹੀ ਆ ਵੀ ਯਾਰ ਤੂੰ ਇਹ ਕੀ ਕਰਨ ਲੱਗ ਗਿਆ ਜੀ, ਹਨਾ। ਫਿਰ ਮੈਂ ਕੀ ਕਰਾਂ ਹਨਾ। ਮੈਂ ਫਿਰ ਤੋਂ ਡੋਂਟ ਵਰਕ ਕੀਤਾ, ਟਾਈਗਰ ਲਾਈਵ ਕੀਤਾ, ਬਲੱਡ ਵਾਲੀ ਕੀਤਾ, 3 ਸੁਪਰ ਹਿੱਟ ਗਾਣੇ ਗਏ ਰਾਈਟ। ਸੋ ਮੈਂ ਆਡੀਅנס ਵੱਡੀ ਆ ਜੀ, ਜੋ ਆਡੀਅנס ਚਾਹੁੰਦੀ ਆ ਸਾਨੂੰ ਉਹੀ ਗਾਉਣਾ ਪੈਣਾ, ਅਸੀਂ ਕੁਝ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਆਪਾਂ ਦੇਖੀਏ ਕਈ ਵਾਰੀ ਹੁਣ ਜਦੋਂ ਜਿਹੜੇ ਸਾਡੇ ਸਰੋਤੇ ਆ, ਚਲੋ ਹੁਣ ਅਸੀਂ ਤੁਹਾਨੂੰ ਮਿਲੇ, ਸਾਨੂੰ ਤੁਹਾਡੇ ਹੁਣ ਸੁਭਾਅ ਦਾ ਪਤਾ ਵੀ ਤੁਸੀਂ ਬੜੀ ਵਧੀਆ ਸੁਭਾਅ ਦੇ ਮਾਲਕ ਹੋ, ਨਿੱਘੇ ਇਨਸਾਨ ਹੋ, ਪਰ ਹੁਣ ਜਿਵੇਂ ਆਮ ਤੁਹਾਡੀ ਗੀਤਾਂ ਵਿੱਚ ਜੋ ਦਿੱਖ ਦਿਖਾਈ ਜਾਂਦੀ ਆ, ਜਿਸ ਤਰ੍ਹਾਂ ਦੀ ਦਿੱਖ ਆ, ਉਹ ਹੁਣ ਬਾਹਰ ਲੋਕਾਂ ਨੂੰ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਵੀ ਜਿਹੜਾ ਸਿੱਪੀ ਗੱਲ ਆ ਇੱਕ ਖਾੜਕੂ ਟਾਈਪ ਦਾ ਬੰਦਾ ਹੈ ਹਨਾ, ਤੇ ਇਹ ਘੱਟ ਬੋਲਦਾ ਤੇ ਹਮੇਸ਼ਾ ਗੁੱਸੇ 'ਚ ਰਹਿੰਦਾ ਜੀ। ਸੋ ਸਾਡੇ ਹੁਣ ਪਰਿਵਾਰਾਂ ਦੱਸੋ ਕਿ ਅਸਲ ਵਿੱਚ ਸਿੱਪੀ ਗਿੱਲ ਆਪਣੇ ਵੱਲੋਂ ਆਪਣੀ ਦੱਸ ਦਵੇ ਕਿਸ ਤਰ੍ਹਾਂ ਦਾ ਇਨਸਾਨ ਆ ਜੀ, ਕਿਸ ਤਰ੍ਹਾਂ ਸੁਭਾਅ ਦਾ ਮਾਲਕ? ਜਿਵੇਂ ਆਪਣੇ ਆਮ ਇੱਕ ਜੱਟ ਪਰਿਵਾਰ ਦਾ ਮੁੰਡਾ ਹੁੰਦਾ, ਮੈਂ ਉਹੋ ਜਿਹਾ ਹੀ ਆ ਜੀ। ਪੂਰਾ ਹੱਸਦਾ ਖੇਡਦਾ, ਮੇਰੇ ਯਾਰ ਬੀਲੀ ਨੇ ਤੇ 24 ਆਵਰ। ਹੁਣ ਸਨੈਪਚੈਟ ਆ ਗਈ ਆ, ਉੱਤੇ ਬੰਦੇ ਦਾ ਪਤਾ ਲੱਗ ਜਾਂਦਾ ਕਿ ਬੰਦਾ ਕਿਹੋ ਜਿਹਾ। ਜਿਹਨਾਂ ਨੂੰ ਨਹੀਂ ਪਤਾ, ਮੈਂ ਮੇਰੇ ਸਨੈਪਚੈਟ ਚੈੱਕ ਕਰਨਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਬੰਦਾ 24 ਘੰਟੇ ਹੱਸਦਾ ਹੀ ਰਹਿੰਦਾ ਆਲ ਦਾ ਟਾਈਮ। ਮੈਂ ਤਾਂ ਮਜ਼ਾਕ ਕਰਨ ਵਾਲਾ ਬੰਦਾ, ਠੀਕ ਹੈ ਜੀ। ਯਾਰ ਮੇਰੀ ਬਾਕੀ ਇੱਕ ਤੁਹਾਡੀ ਨੇਚਰ ਹੁੰਦੀ ਹੈ, ਯਸ ਮੇਰੀ ਨੇਚਰ 'ਚ ਉਹ ਚੀਜ਼ ਹੈਗੀ ਆ ਕਿ ਮਤਲਬ ਜਿੱਥੇ ਖੜੇ ਆ ਤਾਂ ਖੜੇ ਆ ਤੇ ਜਿੱਥੇ ਨਹੀਂ ਤਾਂ ਨਹੀਂ, ਜੋ ਇੱਕ ਪੰਜਾਬੀ 'ਚ ਹੋਣੀ ਚਾਹੀਦੀ ਹੈ। ਤੇ ਆਈ ਐਮ ਪ੍ਰਾਊਡ ਕਿ ਮੈਂ ਜਿਸ ਬੰਦੇ ਦਾ ਮੈਂ ਬਲੱਡ ਆ, ਮੈਂ ਫਾਦਰ ਸਾਹਿਬ ਤੇ ਆਪਦੇ ਉੱਤੇ ਜੇ ਅੜਬ ਹੈਗੇ ਤਾਂ ਹੈਗੇ ਆ, ਪਰ ਉਸ ਥਾਂ ਤੇ ਜਿੱਥੇ ਹੋਣਾ ਚਾਹੀਦਾ ਉਹ ਹਰੇਕ ਤੁਸੀਂ ਵੀ ਹੈਗੇ ਕਿ ਆਪਾਂ ਕਹਿੰਦੇ ਵੀ ਨਹੀਂ ਤੇ ਕਹਾਉਂਦੇ ਵੀ ਨਹੀਂ। ਬਿਲਕੁਲ ਬਿਲਕੁਲ, ਦੈਟਸ ਵਾਟ ਆਈ ਐਮ। ਬਿਲਕੁਲ ਜੀ, ਉਹ ਹੋਣਾ ਚਾਹੀਦਾ। ਗੀਤ ਸੰਗੀਤ ਦੇ ਨਾਲ ਨਾਲ ਜੀ ਤੁਸੀਂ ਵੱਡੇ ਪਰਦੇ ਤੇ ਵੀ ਆਏ ਹੋ ਜੀ, ਫਿਲਮਾਂ ਦੇ ਵਿੱਚ ਪ੍ਰਵੇਸ਼ ਕੀਤਾ, ਸਾਡੇ ਪਰਿਵਾਰਾਂ ਨੇ ਸਵੀਕਾਰ ਕੀਤਾ ਜੀ। ਟਾਈਗਰ ਫਿਲਮ ਜਿਸ ਦੀ ਕਿ ਕਾਫੀ ਚਰਚਾ ਹੋਈ ਹੈ ਜੀ। ਸੋ ਟਾਈਗਰ ਫਿਲਮ ਦਾ ਆਪਣੇ ਵੱਲੋਂ ਦੱਸੋ ਕਿਵੇਂ ਰਿਸਪੌਂਸ ਰਿਹਾ ਕਿ ਤੁਸੀਂ ਜਿਹੜੀ ਫਿਲਮ ਉਹ ਬਣਾਈ ਸੀ, ਜਿਸ ਤਰ੍ਹਾਂ ਤਿਆਰ ਕੀਤੀ ਸੀ, ਜੋ ਤੁਸੀਂ ਸੋਚ ਲੈ ਕੇ ਤੁਰੇ ਸੀਗੇ, ਕੀ ਉਹ ਸੋਚਾਂ ਦੀ ਪੂਰੀ ਉਤਰੀ? ਫਿਰ ਜੱਟਾਂ ਦਾ ਪੁੱਤ ਜਦੋਂ ਵੀ ਕੋਈ ਕੰਮ ਕਰਦਾ ਜੀ ਉਹਨੂੰ ਇੱਕ ਐਂਟਰੀ ਫੀਸ ਦੇਣੀ ਪੈਂਦੀ ਆ। ਅਸੀਂ ਉਸ ਫਿਲਮ 'ਚ ਜਦੋਂ ਮੈਂ ਪਹਿਲੀ ਐਲਬਮ ਕੀਤੀ ਸੀ ਉਹ 'ਤੇ ਮੈਂ ਆਪ ਇਨਵੈਸਟ ਕੀਤੇ ਸੀ, ਉਸ ਤੋਂ ਮੈਨੂੰ ਲਾਸ ਹੋਇਆ। ਮੈਂ ਉਸ ਤੋਂ ਸਿੱਖਿਆ ਕਿ ਮੈਂ ਕੀ ਗਲਤੀਆਂ ਕੀਤੀਆਂ ਨੇ। ਮੈਂ ਉਹ ਕੀਤਾ ਜੋ ਆਡੀਅנס ਚਾਹੁੰਦੇ ਸੀ, ਅਗਲੀ ਟੇਪ 'ਤੇ ਘੱਟ ਪੈਸੇ ਇਨਵੈਸਟ ਕੀਤੇ ਸੀ, ਬਟ ਉਹ ਸੁਪਰ ਹਿੱਟ ਸੀ। ਬੈਚਲਰ, ਉਸ ਤੋਂ ਬਾਅਦ ਜੱਟ, ਕਵਰ, ਫਲਾਵਰ, 10 ਮਿੰਟ, ਸਾਰੀਆਂ ਐਲਬਮ ਸੈੱਟ ਗਈਆਂ ਬਾਬੇ ਦੀ ਮਿਹਰ ਨਾਲ, ਸਿੰਗਲ ਟਰੈਕ ਸੀਗੇ। ਫਿਰ ਅਸੀਂ ਫਿਲਮ ਕੀਤੀ ਜਿਹੜੀ ਟਾਈਗਰ, ਉਹ ਸਾਡੀ ਹੋਮ ਪ੍ਰੋਡਕਸ਼ਨ ਸੀ, ਉਹਦੇ ਵਿੱਚ ਮੈਂ ਖੁਦ ਪੈਸੇ ਲਾਏ ਸੀ। ਸੋਚ ਵੀ ਮੈਂ ਲਾਸ ਹੋਇਆ ਮੈਨੂੰ, ਬਟ ਮੈਂ ਸਿੱਖਿਆ ਜੀ। ਹੁਣ ਅਸੀਂ ਅਗਲੀ ਫਿਲਮ ਆਪਦੀ ਹੋਮ ਪ੍ਰੋਡਕਸ਼ਨ ਕਰ ਰਹੇ ਹਾਂ ਜਿਹਦਾ ਨਾਮ ਹੈ ਕਤਰੀ। ਤੇ ਉਹਦੇ 'ਚ ਜੋ ਮਿਸਟੇਕਸ ਅਸੀਂ ਟਾਈਗਰ 'ਚ ਕੀਤੀਆਂ ਉਹ ਨਹੀਂ ਕਰਾਂਗੇ। ਠੀਕ ਹੈ ਜੀ। ਉਹ ਥੋੜੀ ਆਮ ਆਪਣੀ ਟਾਈਗਰ ਦਾ ਕਨਸੈਪਟ ਬਹੁਤ ਵਧੀਆ ਸੀਗਾ। ਟਾਈਗਰ ਦਾ ਕਨਸੈਪਟ ਅਸੀਂ ਬਣਾਇਆ ਸੀਗਾ ਕਿ ਇੱਕ ਉਹ ਰਿਐਲਿਟੀ ਦੇ ਵਿੱਚ ਕੋਈ ਪਿੰਡ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ, ਜੋ ਡਰੱਗ ਲਈ ਮਸ਼ਹੂਰ ਆ ਕਿ ਡਰੱਗ ਵੇਚਦਾ ਹੈ। ਤੇ ਉਸ ਪਿੰਡ ਦੀ ਸਟੋਰੀ ਜਿਹਦੇ 14 ਸਾਲ ਤੋਂ ਬੱਚੇ ਵੀ, ਛੋਟੇ ਬੱਚੇ ਵੀ ਸਕੂਲ ਦੇ ਬੈਗਾਂ 'ਚ ਪਾ ਕੇ ਡਰੱਗ ਸਪਲਾਈ ਕਰਦੇ ਨੇ। ਪੇਰੈਂਟਸ ਉਹਨਾਂ ਨੂੰ ਯੂਜ਼ ਕਰਦੇ ਨੇ ਬੈਗ ਐਕਸਚੇਂਜ ਕਰਨ ਸਕੂਲ 'ਚ ਜਾ ਕੇ, ਸੋ ਦੈਟ ਡਰੱਗ ਪਿੰਡ 'ਚੋਂ ਬਾਹਰ ਜਾ ਸਕੇ। ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਆ ਕਿ ਸ਼ਾਇਦ ਜਦੋਂ ਅਸੀਂ ਉਹ ਫਿਲਮ ਬਣਾਈ ਆ ਉਸ ਸਮੇਂ ਤੇ ਸਾਡੀ ਜਿਹੜੀ ਪੰਜਾਬੀ ਆਡੀਅנס ਆ ਉਹ ਮਤਲਬ ਉਹਨਾਂ ਨੇ ਆਪਦਾ ਲਾਈਕ ਉਹੀ ਜਦੋਂ ਬਾਲੀਵੁੱਡ 'ਚ ਕੋਈ ਕਰੇ ਤਾਂ ਅਸੈਪਟ ਹੁੰਦਾ, ਵੀ ਸਾਡੀ ਆਡੀਅנס ਅਸੈਪਟ ਨਹੀਂ ਸੀ ਕਰ ਲੱਗੀ। ਪਰ ਹੁਣ ਆ ਕਿ ਉਹ ਚੀਜ਼ ਹੋ ਗਈ ਆ, ਹੁਣ ਚੀਜ਼ ਸਾਹਮਣੇ ਆ ਗਈ ਜੀ, ਹੁਣ ਹੋ ਗਈ ਆ। ਹੁਣ ਮਤਲਬ ਡਿਫਰੈਂਟ ਕਨਸੈਪਟਸ ਆਉਣ ਲੱਗ ਗਏ ਨੇ ਤੇ ਉਹ ਅਸੈਪਟ ਵੀ ਕੀਤੇ ਜਾਂਦੇ ਨੇ, ਆਡੀਅנס ਉਹਨਾਂ ਨੂੰ ਦੇਖਦੀ ਆ ਸ਼ੌਂਕ ਦੇ ਨਾਲ। ਬਿਲਕੁਲ ਜੀ। ਸੋ ਜਿਸ ਤਰ੍ਹਾਂ ਜਿਹੜੇ ਗਦਰੀ ਯੋਧੇ ਹੈਗੀ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜੀ। ਜਿਹੜੀ ਤੁਹਾਡੀ ਹਾਲ ਹੀ ਵਿੱਚ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੱਦੀ ਸਰਦਾਰ ਜੀ, ਉਹਦੇ ਬਾਰੇ ਸਾਨੂੰ ਦੱਸੋ ਜੀ, ਕਿਉਂਕਿ ਕਾਫੀ ਚਰਚਾ ਹੋ ਰਹੀ ਹੈ ਉਸ ਫਿਲਮ ਦੀ ਕਿ ਤੁਸੀਂ ਤੇ ਦਿਲਪ੍ਰੀਤ ਢਿੱਲੋਂ ਇਕੱਠੇ ਆ ਰਹੇ ਹੋ ਇਸ ਫਿਲਮ ਦੇ ਵਿੱਚ ਜੀ। ਇਹਦੇ ਬਾਰੇ ਸਾਨੂੰ ਦੱਸੋ। ਜੱਦੀ ਸਰਦਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਰੋਲ ਕੀਤਾ ਆ ਗੁੱਗੂ ਗਿੱਲ ਬਾਈ ਨੇ ਜੀ, ਤੇ ਦਿਲਪ੍ਰੀਤ ਦੇ ਫਾਦਰ ਦਾ ਰੋਲ ਕੀਤਾ ਆ ਹੌਬੀ ਤੇ ਢਾਲੀਵਾਲ ਬਾਈ ਨੇ। ਉਸ ਤੋਂ ਬਿਨਾਂ ਅਨੀਤਾ ਦੇਵਗਨ, ਸਤਵੰਤ ਮੈਡਮ ਤੇ ਸਾਵਨ ਰੂਪੋਵਾਲ ਇਸ ਫਿਲਮ 'ਚ ਹੀਰੋਇਨ ਹੈ। ਤੇ ਟੈਕਨੀਕਲ ਟੀਮ ਬਹੁਤ ਸਟਰੋਂਗ ਆ। ਮਨਭਵਨ ਵੀਰ ਨੇ ਇਹਨੂੰ ਡਾਇਰੈਕਟ ਕੀਤਾ ਜੀ, ਮਨਭਵਨ ਸਿੰਘ ਨੇ। ਸੋ ਸਾਰੀ ਟੀਮ ਬਹੁਤ ਵਧੀਆ। ਧੀਰਜ ਤੇ ਕਰਨ ਉਹਨਾਂ ਨੇ ਸਟੋਰੀ ਲਿਖੀ ਆ, ਉਹ ਵੀ ਸਾਡੇ ਮਿੱਤਰ ਨੇ ਜੀ। ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਫਿਲਮ ਆ ਇਹ ਇੱਕ ਪਰਿਵਾਰਿਕ ਫਿਲਮ ਆ। ਜੱਦੀ ਸਰਦਾਰ ਮਤਲਬ ਰਫਲਾ ਗੰਡਾਸੇ ਨਹੀਂ ਹੁੰਦਾ ਜੀ। ਜੱਦੀ ਸਰਦਾਰ ਉਹ ਸਰਦਾਰ ਆ ਮਤਲਬ ਜੋ ਆਪਦੇ ਰਿਸ਼ਤਿਆਂ ਨੂੰ, ਆਪਦੇ ਪਰਿਵਾਰ ਨੂੰ, ਆਪਦੇ ਤਾਇਆ ਚਾਚਾ ਨੂੰ ਸਭ ਨੂੰ ਜੋੜ ਕੇ ਰੱਖਦੇ ਆ, ਬੰਨ੍ਹ ਕੇ ਰੱਖਦੇ, ਉਹਨਾਂ ਨੂੰ ਰਿਸਪੈਕਟ ਕਰਨੀ ਹੁੰਦੀ, ਇੱਜ਼ਤ ਨੂੰ ਬਰਕਰਾਰ ਰੱਖਦੇ ਆ। ਇਹ ਇੱਕ ਐਸੀ ਫਿਲਮ ਆ ਜੀ। ਜਿਸ ਤਰ੍ਹਾਂ ਆਮ ਹੁਣ ਗੱਲਬਾਤ ਚੱਲਦੀ ਹੈ ਕਿ ਸਾਡੇ ਜਿਹੜੇ ਕਲਾਕਾਰ ਨੇ ਜੀ, ਹੁਣ ਜਦੋਂ ਕਲਾਕਾਰ ਇੱਕ ਦਾ ਕੱਦ ਵੱਡਾ ਹੁੰਦਾ ਜਾਂਦਾ ਜੀ ਤਾਂ ਉਹਦੀ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾਂਦੀ ਜੀ। ਸੋ ਪ੍ਰਸ਼ੰਸਕਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਜੀ ਜਿਹੜੇ ਬਾਉਂਸਰਸ ਦੀ ਗਿਣਤੀ ਵੱਧਦੀ ਜਾਂਦੀ ਹੈ ਜੀ।
ਤੇ ਬਹੁਤ ਸਾਰੇ ਇੱਥੇ ਸਿੰਗਰਸ ਆਉਂਦੇ ਨੇ, ਉਹ ਇੱਕ ਦੂਜੇ ਤੇ ਗੱਲਬਾਤ ਵੀ ਕਰਦੇ ਨੇ ਵੀ ਸਾਨੂੰ ਕਿਉਂ ਲੋੜ ਪੈਂਦੀ ਹੈ ਜੀ, ਬਾਉਂਸਰ ਲੈ ਜਾਣੇ ਨਹੀਂ ਚਾਹੀਦੇ, ਕੁਝ ਲੈ ਕੇ ਜਾਂਦੇ ਆ, ਕੋਈ ਨਹੀਂ ਲੈ ਕੇ ਜਾਂਦੇ ਜੀ। ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜੀ, ਕੀ ਸਾਨੂੰ ਜਿਹੜੇ ਆਰਟਿਸਟ ਲੈ ਕੇ ਜਾਂਦੇ ਆ ਜਾਂ ਤੁਸੀਂ ਵੀ ਜੇ ਲੈ ਕੇ ਜਾਂਦੇ ਹੋਵੋਗੇ ਜੀ, ਆਪਾਂ ਨੂੰ ਬਾਉਂਸਰਸ ਦੇ ਉੱਤੇ ਕੀ ਲੋੜ ਮਹਿਸੂਸ ਹੁੰਦੀ ਹੈ ਜੀ? ਭਾਈ ਜੀ ਪਹਿਲੀ ਗੱਲ ਤਾਂ ਨਾ ਉਹਨੂੰ ਗਲਤ ਤਰੀਕੇ ਨਾਲ ਲਿਆ ਜਾਂਦਾ ਹੈ। ਅੱਛਾ ਜੀ। ਬਾਉਂਸਰਸ ਦਾ ਮਤਲਬ ਲੜਨਾ ਨਹੀਂ ਹੈਗਾ। ਸਭ ਤੋਂ ਪਹਿਲੀ ਗੱਲ ਮੇਰਾ ਕੀ ਸੋਚਣਾ, ਜਿਹੜੇ ਮੇਰੇ ਨਾਲ 7 ਤੋਂ 8 ਮੁੰਡੇ ਨੇ ਉਹ ਬਾਉਂਸਰ ਨਹੀਂ ਹੈਗੇ, ਉਹ ਮੇਰੇ ਭਰਾ ਨੇ, ਬਸ ਉਹਨਾਂ ਦੀਆਂ ਸਿਹਤਾਂ ਤਕੜੀਆਂ ਨੇ। ਅੱਛਾ, ਠੀਕ ਹੈ। ਪਰ ਸਿਹਤਾਂ ਤਕੜੀਆਂ ਦਾ ਮਤਲਬ ਇਹ ਨਹੀਂ ਕਿ ਉਹ ਲੜਨ ਜਾਂਦੇ ਨੇ, ਉਹ ਇੱਕ ਮੈਨੇਜਮੈਂਟ ਆ ਜੀ। ਜਦੋਂ ਅਸੀਂ ਕਿਸੇ ਸ਼ੋਅ ਤੇ ਜਾਂਦੇ ਆ, ਹੁਣ ਮੈਂ ਆਲਵੇਸ ਕਹਿੰਦਾ ਹੁੰਦਾ ਜਦੋਂ ਸਾਡਾ ਕੋਈ ਸ਼ੋਅ ਵੀ ਬੁੱਕ ਕਰਦੇ ਜੇ ਕੋਈ ਮੈਨੂੰ ਮਿਲੇਗਾ ਕਿ ਬ੍ਰਦਰ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਟੇਜ ਤੇ ਖੜ ਕੇ ਕਿਸੇ ਨੂੰ ਆਪਣੀ ਬੋਡੀ ਦਿਖਾ ਰਹੇ ਜਾਂ ਲੜਨਾ ਚਾਹੁੰਦੇ ਨੇ। ਉਹਦਾ ਮਤਲਬ ਇਹ ਹੈ ਕਿ ਤੁਸੀਂ ਸਾਨੂੰ ਮਤਲਬ ਲੱਖਾਂ 'ਚ ਪੈਸੇ ਦਿੰਦੇ ਆ ਆਰਟਿਸਟ ਨੂੰ, ਔਰ ਜਦੋਂ ਸ਼ੋਅ ਚੱਲਦਾ ਆ ਕਈ ਵਾਰੀ ਕੋਈ ਬੰਦਾ ਇੱਕ ਅੱਧਾ ਬੰਦਾ ਡਰਿੰਕ ਕੀਤੀ ਵਾਲਾ ਹੁੰਦਾ ਆ, ਜੇ 500 ਬੰਦੇ ਦਾ ਇਕੱਠ ਹੋ ਚ ਇੱਕ ਬੰਦਾ ਖਰਾਬ ਤਾਂ ਹੋ ਸਕਦਾ। ਉਹ ਇੱਕ ਬੰਦਾ ਕੋਈ ਐਸੀ ਗੱਲ ਕਰ ਜਾਂਦਾ ਸਟੇਜ ਤੇ ਕਿ ਆਰਟਿਸਟ ਦਾ ਮੂਡ ਅਪਸੈਟ ਹੋ ਜਾਂਦਾ, ਔਰ ਜਿੰਨੇ ਲੋਕ ਹੁੰਦੇ ਨੇ ਸਾਰੇ ਉਹ ਇੱਕੋ ਬੰਦੇ ਨੂੰ ਇੰਜੋਏ ਕਰਨ ਲਈ ਬੈਠੇ ਹੋਏ ਹੁੰਦੇ ਨੇ। ਉਸ ਬੰਦੇ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਕਿ ਉਹਨੇ ਸਭ ਨੂੰ ਇੰਜੋਏ ਕਰਾਉਣਾ। ਜੇ ਤੁਸੀਂ ਉਸੇ ਬੰਦੇ ਦਾ ਮੂਡ ਅਪਸੈਟ ਕਰ ਦੋਗੇ ਤੇ ਉਹ ਕਿਵੇਂ 2 ਘੰਟੇ, ਗੱਲ ਤਾਂ ਸਾਡੇ ਕੰਨ 'ਚ ਕਹਿਣੀ ਕਿਸੇ ਬੰਦੇ ਨੇ, ਤੁਹਾਡੇ ਕੰਨ 'ਚ ਐਸੀ ਗੱਲ ਕਹਿਤੀ, ਤੁਸੀਂ 2 ਘੰਟੇ ਵਾਸਤੇ ਸਮਝ ਲਓ ਕਿ ਤੁਸੀਂ ਦਿਮਾਗ ਬੰਦ ਹੋ ਗਿਆ, ਕਿਉਂਕਿ ਇਨਸਾਨ ਤਾਂ ਸਾਰੇ ਸੇਮ ਨੇ। ਫਿਰ ਜਦੋਂ ਇੱਕੋ ਬੰਦੇ ਨੇ ਸਭ ਨੂੰ ਐਂਟਰਟੇਨ ਕਰਨਾ, ਸਮਝ ਲਓ ਸਾਰਾ ਫੰਕਸ਼ਨ ਖਰਾਬ ਹੋ ਗਿਆ। ਉਹ ਬੰਦੇ ਮੈਨੇਜਮੈਂਟ ਵਾਸਤੇ ਹੁੰਦੇ ਨੇ ਕਿ ਕੋਈ ਐਸੀ ਹਰਕਤ ਨਾ ਹੋਵੇ ਜਿਹਦੇ ਕਰਕੇ ਅਸੀਂ ਤਾਂ ਪੈਸੇ ਲੈ ਲਏ, ਅਸੀਂ ਤਾਂ ਸਟੇਜ ਤੋਂ ਉਤਰ ਕੇ ਚਲੇ ਜਾਵਾਂਗੇ, ਪਰ ਜਿਹੜੇ ਬੰਦੇ ਦਾ ਫੰਕਸ਼ਨ ਕੋਈ ਤੀਜਾ ਬੰਦਾ ਜਿਹੜਾ ਸੱਦਿਆ ਵੀ ਨਹੀਂ ਰੋਡ ਤੋਂ ਤੁਰਿਆ ਜਾਂਦਾ, ਦਾਰੂ ਪੀ ਕੇ ਸਟੇਜ ਤੇ ਕੰਨ ਚੱਕ ਕੇ ਕੁਛ ਕਹਿ ਗਿਆ ਤੇ ਫੰਕਸ਼ਨ ਤਾਂ ਉਹਨਾਂ ਦਾ ਖਰਾਬ ਹੋ ਗਿਆ ਨਾ। ਸੋ ਮੈਨੂੰ ਲੱਗਦਾ ਕਿ ਜ਼ਰੂਰ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ। ਹਾਂ, ਜੇ ਕੋਈ ਬੰਦਾ ਇਹ ਚੀਜ਼ ਨੂੰ ਹੋਰ ਤਰੀਕੇ ਨਾਲ ਲੈ ਕੇ ਚੱਲਦੇ ਨੇ ਵੀ ਅਸੀਂ ਸਾਡੇ ਨਾਲ ਚੱਲੇ ਸਟੇਜ ਤੇ, ਤੁਸੀਂ ਵੀ ਜੇ ਕੋਈ ਆਵੇ ਤਾਂ ਧੱਕਾ ਮਾਰੋ, ਇਹ ਕਰੋ, ਇਹ ਉਹਨਾਂ ਦੀ ਗਲਤ ਸੋਚ ਹੈ। ਜੇ ਸਾਡੇ ਨਾਲ ਜਿਹੜੇ ਮੁੰਡੇ ਜਾਂਦੇ ਨੇ ਉਹਨਾਂ ਨੂੰ ਸਾਫ਼ ਪਤਾ ਕਿ ਅਸੀਂ ਮੈਨੇਜ ਕਰਨਾ। ਜੇ ਕੋਈ ਬੰਦਾ ਸਟੇਜ ਤੇ ਫੋਟੋ ਕਰਾਉਣ ਲਈ 20 ਬੰਦੇ ਇਕੱਠੇ ਆ ਗਏ ਤਾਂ ਉਹ 1 by 1 ਕਰਕੇ ਸਟੇਜ ਤੇ ਜਾਣਗੇ, ਉਹਨਾਂ ਨੂੰ ਰਿਕੁਐਸਟ ਕਰਨੀ ਵੀ 1 by 1, ਉਹ ਲੜਦੇ ਨਹੀਂ ਕਦੇ ਵੀ। ਕਿਉਂਕਿ ਬਹੁਤ ਸਾਰੇ ਅਸੀਂ ਕਈ ਵਾਰੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ, ਬਹੁਤ ਸਾਰੇ ਸਿੰਗਰਸ ਐਸੇ ਦੇਖੇ ਆ ਜਿਹੜੇ ਕਿ ਬਾਉਂਸਰਸ ਨੂੰ ਲੈ ਕੇ ਜਾਣਾ ਮੰਡੀ 'ਚ ਫਿਰਦੇ ਹੁੰਦੇ ਜੀ। ਉਹ ਗੱਲ ਗਲਤ ਆ, ਕਿਉਂਕਿ ਦੇਖੋ ਜਿਵੇਂ ਹੁਣ ਹਾਂਜੀ, ਜਿਵੇਂ ਹੁਣ ਮੈਂ ਮੰਨ ਲਓ ਕਿ ਮੈਂ ਇੱਥੇ ਆਇਆ ਜਾਂ ਮੈਂ ਇੰਡੀਆ ਵੀ ਆ, ਮੈਂ ਆਪਦੇ ਪਰਿਵਾਰ ਨਾਲ ਕਿਤੇ ਜਾ ਰਿਹਾ ਤੇ ਮੇਰੇ ਕੋਲ ਇੱਕ ਕੈਪ ਆ ਜੀ, ਮੈਂ ਸਿਰ ਤੇ ਲੈ ਕੇ ਰੱਖੂੰਗਾ ਤੇ ਜਦੋਂ ਤੁਹਾਡੀਆਂ ਅੱਖਾਂ ਨਹੀਂ ਦੇਖ ਰਹੀਆਂ, ਜਿੰਨਾ ਚਿਰ ਤੁਹਾਡਾ ਕਿਸੇ ਨਾਲ ਆਈ ਕੰਟੈਕਟ ਨਹੀਂ ਹੁੰਦਾ, ਕਿਸੇ ਨੂੰ ਨਹੀਂ ਪਤਾ ਕਿ ਕੌਣ ਫਿਰਦਾ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਇੱਥੇ ਆ ਰਿਹਾ ਜੀ। ਇੰਨੀ ਪ੍ਰੋਬਲਮ ਵਾਲੀ ਗੱਲ ਨਹੀਂ ਹੁੰਦੀ। ਔਰ ਮਤਲਬ ਜੇ ਤੁਸੀਂ ਰੈਂਡਮਲੀ ਕਿਸੇ ਨੂੰ ਮਿਲਦੇ ਆ ਤਾਂ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਆਈ ਕੈਨ ਹੈਂਡਲ ਈਜ਼ੀਲੀ। ਜੇ ਮੈਨੂੰ ਬਾਹਰ 4 ਬੰਦੇ ਮਿਲ ਵੀ ਜਾਂਦੇ ਆ, ਜੇ ਕਿਤੇ ਉਹਨਾਂ ਦਾ ਕੁਛ ਮਾੜੀ ਮੋਟੀ ਖਰਾਬੀ ਵੀ ਹੈਗੀ ਹੈ, ਪਰ ਸ਼ੋਜ਼ ਦੇ ਉੱਪਰ ਲੋਡ ਇਸ ਕਰਕੇ ਪੈਂਦੀ ਹੈ ਮੈਨੇਜਮੈਂਟ ਕਰਕੇ। ਹਾਂਜੀ, ਪਰ ਮੈਂ ਇਦਾਂ ਮੈਨੂੰ ਲੱਗਦਾ ਮੈਂ ਤਾਂ ਨਹੀਂ ਕਦੇ ਘੁੰਮਦਾ ਵੀ, ਜਿਵੇਂ ਮੌਲ ਜੇ ਮੈਂ ਮੌਲ ਵੀ ਚੱਲੇ ਆ, ਕਦੇ ਵੀ ਸ਼ਾਪਿੰਗ ਲਈ ਚੱਲੇ, ਕਿਤੇ ਚੱਲੇ ਆ ਤਾਂ ਮੈਨੂੰ ਪਤਾ ਕਿ ਇੱਕ ਕੈਪ ਲੈ ਲਓ ਸਿਰ ਤੇ। ਚਲੋ ਯਾਰ ਦੋਸਤ ਹੁੰਦੇ ਨਾਲ ਉਹ ਤਾਂ ਡਿਫਰੈਂਟ ਸਟੋਰੀ ਹੈ। ਸਮਟਾਈਮਸ ਹੁੰਦਾ ਵੀ ਤੁਸੀਂ ਦੀ ਫੈਮਿਲੀ ਨਾਲ ਜਾਂਦੇ ਆ ਨਾ, ਤੁਹਾਨੂੰ ਉਸ ਵੇਲੇ ਚਾਹੀਦਾ ਵੀ ਹੁੰਦਾ ਯਾਰ ਵੀ ਤੁਸੀਂ ਚਾਹੁੰਦੇ ਨੇ ਕਿ ਜੇ ਮੈਂ ਹੁਣ ਘਰ ਦੇ ਨਾਲ ਚੱਲੇ ਜਾਂ ਮੇਰੇ ਫਰੈਂਡਸ ਨਾਲ ਚੱਲੇ ਜਾ ਰਿਹਾ, ਮੈਂ ਚਾਹੁੰਦਾ ਕਿ ਯਾਰ ਮੈਨੂੰ ਕੋਈ ਵੀ ਹੁਣ ਮੈਂ ਥੋੜਾ ਚਾਹੁੰਦਾ ਪ੍ਰਾਈਵੇਸੀ ਚਾਹੀਦੀ। ਇਹ ਤਾਂ ਨੈਚੁਰਲ ਹਰੇਕ ਬੰਦੇ ਦਾ ਹੱਕ ਆ, ਹਾਂ ਜੀ, ਉਹ ਤਾਂ ਜ਼ਰੂਰੀ ਹੈ। ਆਮ ਜਦੋਂ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਆਪਾਂ ਸ਼ੋਜ਼ ਦੀ ਗੱਲ ਕਰਦੇ ਹਾਂ ਜੀ, ਪ੍ਰਾਈਵੇਟ ਫੰਕਸ਼ਨ ਦੇ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਆਮ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਜਿਹੜੇ ਸਿੰਗਰਸ ਦਾ ਪਰਿਵਾਰਾਂ ਦੇ ਨਾਲ ਕੋਈ ਨਾ ਕੋਈ ਲੜਾਈ ਝਗੜਾ ਹੋਇਆ। ਬਹੁਤ ਸਾਰੇ ਸਿੰਗਰਸ ਸਟੇਜ ਛੱਡ ਕੇ ਭੱਜੇ ਵੀ ਹੈ ਜੀ। ਕੀ ਕਾਰਨ ਸਮਝ ਆਉਂਦੀ, ਕੀ ਲੱਗਦਾ ਵੀ ਮੇਨ ਕਾਰਨ ਕੀ ਹੈ ਲੜਾਈ ਝਗੜੇ ਦਾ? ਕਿਉਂਕਿ ਮੋਸਟਲੀ ਇਹ ਹੁੰਦਾ ਵੀ ਬਹੁਤ ਸਾਰੇ ਸਿੰਗਰ ਦੇਖੇ ਜਿਹੜੇ ਖੇਤੋਂ ਹੋ ਗਏ ਜੀ। ਇਹ ਤਾਂ ਮਾਹੌਲ ਆ ਜੀ। ਦੇਖੋ ਹੁਣ ਮੈਨੂੰ ਇਹ ਵੀ ਲੱਗਦਾ ਹੈਗਾ ਵੀ ਜੇ ਤੁਸੀਂ ਨਾਰਮਲੀ ਆਪਾਂ ਕਿਸੇ ਫੰਕਸ਼ਨ ਤੇ ਜਾਂਦੇ ਆ, ਹਾਂਜੀ, ਤੁਸੀਂ ਕਦੇ, ਮੈਨੂੰ ਲੱਗਦਾ ਕਿ ਮੈਨੂੰ ਜਿੰਨਾ ਚਿਰ ਹੋ ਗਿਆ ਅਜੇ ਤੱਕ ਰੱਬ ਦੀ ਮਿਹਰ ਕਿ ਐਸੀ ਪ੍ਰੋਬਲਮ ਆਈ ਨਹੀਂ ਕਿ ਤੁਹਾਨੂੰ ਹੈਂਡਲ ਕਰਨਾ ਆਉਣਾ ਚਾਹੀਦਾ, ਰਾਈਟ। ਪਰ ਕਈ ਵਾਰੀ ਐਸਾ ਵੀ ਹੋ ਜਾਂਦਾ ਕਿ ਜੇ ਤੁਹਾਡਾ ਮਾਹੌਲ ਮੂਡੋਂ ਜ਼ਿਆਦਾ ਖਰਾਬ ਹੋ ਰਿਹਾ ਤਾਂ ਤੁਸੀਂ ਬਿਨਾਂ ਕੁਛ ਕਹੇ ਤੁਸੀਂ ਇੱਥੋਂ ਜਾ ਸਕਦੇ ਹੋ। ਕਿਉਂਕਿ ਦੇਖੋ ਕਿਸੇ ਤੁਹਾਡੀ ਲੜਾਈ ਉਸ ਲੈਵਲ ਤੱਕ ਵਧੇ ਕਿ ਕਿਸੇ ਦਾ ਇੰਨਾ ਨੁਕਸਾਨ ਹੋ ਜਾਵੇ ਕਿ ਸਾਰੀ ਉਮਰ ਲਈ ਉਹਨਾਂ ਨੂੰ ਭਰਨਾ ਪਵੇ ਜਾਂ ਸਾਨੂੰ ਭਰਨਾ ਪਵੇ, ਬੈਟਰ ਤੁਸੀਂ ਜਾ ਸਕਦੇ ਹੋ, ਉਹ ਜਾਣਾ ਚਾਹੀਦਾ ਮੈਨੂੰ ਲੱਗਦਾ। ਔਰ ਆਰਟਿਸਟ ਕਿਸੇ ਜਗ੍ਹਾ ਦੇ ਉੱਪਰ ਲੜਦਾ ਨਹੀਂ ਚੰਗਾ ਲੱਗਦਾ ਜੀ, ਬਟ ਫੀਲਿੰਗਸ ਸਭ ਦੀਆਂ ਸੇਮ ਨੇ। ਇੱਕ ਆਰਟਿਸਟ ਆ ਜਾਂ ਲਾਈਕ ਉਹ ਸਰੋਤਾ ਆ, ਮਤਲਬ ਉਹਨਾਂ ਦਾ ਜੋ ਉਹਨਾਂ ਦੀ ਰੂਹ ਆ ਅੰਦਰ ਵਸਦੀ, ਉਹ ਤਾਂ ਸੇਮ ਹੀ ਆ ਨਾ। ਲਾਈਕ ਜੇ ਆਰਟਿਸਟ ਕਿਸੇ ਨੂੰ ਕੁਝ ਬੋਲੇ ਤਾਂ ਦੁੱਖ ਲੱਗਦਾ, ਤੇ ਜੇ ਆਰਟਿਸਟ ਨੂੰ ਕੋਈ ਬੋਲੂ ਦੁੱਖ ਉਹਨੂੰ ਵੀ ਲੱਗਦਾ, ਬਿਲਕੁਲ ਲੱਗਦਾ। ਉਹ ਐਵਰੀਥਿੰਗ ਸੇਮ ਆ। ਔਰ ਕਈ ਵਾਰੀ ਇਹ ਹੁੰਦਾ ਕਿ ਯਾਰ ਵੀ ਉਹ ਖੇਤੋਂ ਖੇਤ ਗਿਆ, ਬਾਈ ਜੀ ਇਹ ਤਾਂ ਕਲੀਅਰ ਆ ਕਿ ਤੁਸੀਂ ਦੇਖੋ ਵੀ ਤੁਸੀਂ ਕਿਤੇ ਜਗ੍ਹਾ ਤੇ ਗਏ ਹੋ, ਜੇ ਇੱਕ ਪਾਸੇ ਮੈਨੂੰ ਨਹੀਂ ਪਤਾ ਵੀ ਆਪਾਂ ਕਿਹਦੀ ਗੱਲ ਕਰ ਰਹੇ ਹਾਂ, 15 ਬੰਦੇ ਖੜੇ ਪੈ ਗਏ ਮਗਰ ਤੁਸੀਂ ਕਿਸੇ ਬੰਦੇ ਨੂੰ ਏਦਾਂ ਹਨਾ ਵੀ ਉਹ ਐਕਚੁਅਲੀ ਲਾਈਕ ਈਵਨ ਇਫ ਹੀ ਇਜ਼ ਹੈਵਿੰਗ ਪ੍ਰੋਟੈਕਸ਼ਨ ਆਲਸੋ,
ਸਿਆਣੇ ਬੰਦੇ ਤਾਂ ਇਹ ਕਹਿੰਦੇ ਕਿ ਉਸ ਜਗ੍ਹਾ ਨੂੰ ਛੱਡ ਦੇਣਾ ਚਾਹੀਦਾ ਆ। ਬਿਲਣੇ 'ਚ ਕੀ ਫਾਇਦਾ ਜੀ? ਸ਼ਾਇਦ ਉਹ 10-15 ਸੈਕਿੰਡ ਹੁੰਦੇ ਨੇ, ਜੇ ਤੁਸੀਂ ਉਹਨੂੰ ਸਾਂਭ ਜਾਂਦੇ ਹੋ, ਉਹਨੂੰ ਕੰਟਰੋਲ ਕਰ ਜਾਂਦੇ ਹੋ ਤਾਂ ਠੀਕ ਆ, ਨਹੀਂ ਤਾਂ ਕਈ ਵਾਰੀ ਸਾਰੀ ਉਮਰ ਲਈ ਚੁੱਲ੍ਹੇ 'ਚ ਘਾਓਗੇ ਹੁੰਦਾ। ਸੋ ਬੈਟਰ ਹੁੰਦਾ ਕਿ ਉਸ ਚੀਜ਼ ਨੂੰ ਸਾਂਭ ਲਿਆ ਜਾਵੇ। ਤੇ ਬਾਕੀ ਤਾਂ ਤੁਸੀਂ ਆਪ ਸਿਆਣੇ ਹੋ। ਬਿਲਕੁਲ। ਆਮ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਬੜੇ ਤਰੀਕੇ ਨਾਲ ਬਤੀਤ ਕਰਦਾ ਜੀ। ਪਰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਅਜਿਹੀ ਗੱਲਬਾਤ ਹੋ ਜਾਂਦੀ ਹੈ ਜਿਹਨੂੰ ਉਹ ਕਦੇ ਵੀ ਭੁਲਾ ਨਹੀਂ ਸਕਦਾ। ਕੋਈ ਐਸੀ ਯਾਦ ਕਹਿ ਦੇਵਾਂ ਜਾਂ ਐਸੀ ਗੱਲਬਾਤ ਜਿਹਨੂੰ ਕਰਕੇ ਤੁਹਾਨੂੰ ਹੁਣ ਤੱਕ ਪਛਤਾਵਾ ਹੋਇਆ ਹੋਵੇ ਵੀ ਆਹ ਗੱਲ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਪੂਰੀ ਲਾਈਫ ਦੇ ਵਿੱਚ, ਵੀ ਹੁਣ ਤੱਕ ਬੰਦਾ ਕਈ ਵਾਰ ਬਾਅਦ ਪਛਤਾਉਂਦਾ ਰਹਿੰਦਾ ਵੀ ਆਹ ਗੱਲ ਮੇਰੇ ਤੋਂ ਮਿਸਟੇਕ ਹੋ ਗਈ ਸੀ। ਮਿਸਟੇਕਸ ਤਾਂ ਹੁੰਦੀਆਂ ਹੋਣਗੀਆਂ ਬਾਈ, ਪਰ ਮੈਨੂੰ ਲੱਗਦਾ ਜ਼ਿੰਦਗੀ 'ਚ ਮੈਨੂੰ ਲੱਗਦਾ ਕਿ ਮੈਂ ਵੈਨਐਵਰ ਮੈਂ ਦੁਨੀਆ ਤੋਂ ਜਾਊਂਗਾ ਜੀ, ਮੈਨੂੰ ਪ੍ਰਾਊਡ ਹੋਊਗਾ ਕਿ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਜੀ। ਸੋਚ ਨਹੀਂ ਮਾੜੀ ਰੱਖੀ, ਨਾ ਪੈਸੇ ਕਰਕੇ ਕਦੇ ਕਿਸੇ ਨਾਲ ਕਮੀਨਗੀ ਕੀਤੀ ਆ। ਜਿੱਥੇ ਟਰੂ ਆ ਉੱਥੇ ਸੱਚਾ ਕਿ ਮੈਂ ਹੈਗਾ ਸੀ, ਜੋ ਸਹੀ ਆ ਉਹ ਡਿਸੀਜ਼ਨ ਲਿਆ, ਚਾਹੇ ਮੈਂ ਉਹ ਮੇਰੇ ਘਰ ਦੀ ਗੱਲ ਹੋਵੇ ਚਾਹੇ ਬਾਹਰ ਦੀ ਹੋਵੇ। ਤੇ ਮੈਂ ਥੋੜਾ ਜਿਹਾ ਸਪਸ਼ਟ ਆ ਕਿ ਮੈਂ ਮੂੰਹ ਤੇ ਕਹਿ ਦਿੰਦਾ ਜੇ ਮੈਨੂੰ ਕੋਈ ਗੱਲ ਲੱਗਦੀ ਹੋਵੇ ਕਿਸੇ ਨਾਲ ਵੀ ਹੋਵੇ ਮਤਲਬ, ਤੇ ਮੈਨੂੰ ਪਛਤਾਵਾ ਐਡਾ ਵੱਡਾ ਕੋਈ ਨਹੀਂ ਹੋਇਆ ਹਜੇ ਤੱਕ ਕਿ ਮੈਨੂੰ ਪਛਤਾਵਾ ਹੋਵੇ ਕਿ ਯਾਰ ਮੇਰੇ ਤੋਂ ਇਹ ਕਿ ਹੋਇਆ। ਨਿੱਕੀਆਂ ਮੋਟੀਆਂ ਗਲਤੀਆਂ ਤਾਂ ਹਰੇਕ ਬੰਦਾ ਕਰਦਾ, ਜਿੱਥੇ ਮੈਨੂੰ ਪਤਾ ਲੱਗੇ ਕਿ ਮੈਂ ਗਲਤ ਆ ਮੇਰੇ ਸਰਕਲ 'ਚ ਜਾਂ ਕਿਤੇ, ਤੇ ਮੈਂ ਉਹਨੂੰ ਕਹਿ ਦਿੰਦਾ ਯਾਰ ਸੌਰੀ, ਮੈਨੂੰ ਲੱਗਦਾ ਕਿ ਮੈਂ ਰੌਂਗ ਆ। ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਈਗੋ ਵਰਗੀ ਚੀਜ਼ ਨਹੀਂ ਹੋਣੀ ਚਾਹੀਦੀ ਬੰਦੇ 'ਚ, ਤੇ ਉਸ ਚੀਜ਼ ਤੋਂ ਰੱਬ ਨੇ ਹਜੇ ਤੱਕ ਬਚਾਇਆ ਹੋਇਆ। ਬਹੁਤ ਵਧੀਆ ਗੱਲ ਹੈ ਜੀ। ਗੱਲ ਕਰਦੇ ਹਾਂ ਤੁਹਾਡੀ ਫਿਲਮ ਗਦਰੀ ਜੋਧੇ ਦੀ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਡੀ ਪ੍ਰੋਡਕਸ਼ਨ ਦੀ ਗਦਰੀ ਜੋਧੇ, ਇਹ ਵੀ ਪਤਾ ਲੱਗਿਆ ਸੀ ਕਿ ਖਾਸ ਤੌਰ ਤੇ ਜਿਹੜੀ ਇਹ ਸਟੋਰੀ ਇਹ ਕੈਨੇਡਾ ਦੇ ਉੱਤੇ ਬਣੀ ਗਈ ਹੈ ਤੇ ਉਹਦੇ ਬਾਰੇ ਸਾਨੂੰ ਥੋੜੀ ਬਰੀਫਲੀ ਦੱਸੋ ਜੀ। ਜਿਹੜੀ ਇਹ ਸਟੋਰੀ ਹੈ ਜੀ, ਇਹ ਹੈਗੀ ਆ ਸਨ 1890 ਤੋਂ ਲੈ ਕੇ ਜੀ, ਜਾਂ ਥੋੜੀ ਉਸ ਤੋਂ ਪਹਿਲਾਂ ਤੋਂ ਲੈ ਕੇ 1914 ਤੱਕ ਦੀ। ਸੋ ਕਾਮਾਗਾਟਾ ਮਾਰੂ ਦੇ ਦੌਰਾਨ ਦੀ, ਹਾਂਜੀ, ਉਹਦੇ ਉਸੇ ਦੌਰਾਨ ਦੀ ਆ, ਜਦੋਂ 1906 ਦੇ ਵਿੱਚ ਪਹਿਲਾ ਸਿੱਖ ਗੁਰਦੁਆਰਾ ਸਾਹਿਬ, ਜਦੋਂ ਸਾਡੇ ਪਹਿਲੇ ਬਜ਼ੁਰਗ ਸਾਡੇ ਜੋ ਯੋਧੇ ਪਹਿਲਾਂ ਕੈਨੇਡਾ ਆਏ, ਉਹਨਾਂ ਨੇ ਮਤਲਬ ਇੱਥੇ ਸਥਾਪਿਤ ਕੀਤਾ ਸੀਗਾ। ਉਸ ਤੋਂ ਬਾਅਦ ਫਿਰ 1908 ਦੇ ਵਿੱਚ ਉਹਨਾਂ ਨੇ ਮਤਲਬ ਆਪਦੀ ਜੋ ਕਿਰਤ ਕਮਾਈ ਕਰਦੇ ਸੀ ਉਸ 'ਚੋਂ ਦਸਵੰਧ ਕੱਢਿਆ ਤੇ ਉਹਨਾਂ ਨੇ ਆਪਣਾ ਗੁਰੂ ਘਰ ਜਿਹੜਾ ਬਿਲਟਅਪ ਕੀਤਾ ਸੀ ਪਹਿਲਾਂ 1908 ਦੇ ਵਿੱਚ। ਠੀਕ ਹੈ ਜੀ। ਤੇ ਉੱਥੇ ਉਸ ਦੌਰਾਨ ਕੀ ਕੁਛ ਹੋਇਆ ਸਾਡੇ ਨਾਲ, ਕੀ ਇੱਕ ਹੌਕਿਨਸਨ ਨਾਮ ਦਾ ਕੋਈ ਗੋਰਾ ਸੀਗਾ ਜਿਹਨੇ ਬਹੁਤ ਵੱਡੀ ਟ੍ਰੈਜਡੀ ਕਰਵਾਤੀ ਸੀ ਸਾਡੇ। ਉਹ ਕੀ ਸੀ ਉਹ ਤੁਸੀਂ ਫਿਲਮ 'ਚ ਦੇਖੋਗੇ, ਰਾਈਟ? ਹਾਂ ਜੀ। ਤੇ ਸਰਦਾਰ ਮੇਵਾ ਸਿੰਘ ਜੀ ਲੋਪੋਕੇ ਜੀ, ਲਾਈਕ ਮਹਾਨ ਸ਼ਖਸੀਅਤ ਆ ਨਾ ਸਰਦਾਰ ਸਾਹਿਬ ਜੀ, ਜਿਨ੍ਹਾਂ ਦੇ ਕਰਕੇ ਪ੍ਰਾਊਡਲੀ ਮੈਨੂੰ ਲੱਗਦਾ ਕਿ ਅਸੀਂ ਕੈਨੇਡਾ, ਅਮਰੀਕਾ ਜਾਂ ਬਾਹਰਲੀਆਂ ਕੰਟਰੀਆਂ 'ਚ ਸਿਰ ਚੱਕ ਕੇ ਜਾ ਰਹੇ ਹਾਂ। ਬਿਲਕੁਲ ਜੀ, ਸਹੀ ਹੈ। ਇਹ ਉਹਨਾਂ ਦੀ ਲਾਈਫ ਦੀ ਸਟੋਰੀ ਹੈ ਜੀ। ਠੀਕ ਹੈ ਜੀ। ਤੇ ਕਾਮਾਗਾਟਾ ਮਾਰੂ ਪਹਿਲੀ ਵਾਰੀ ਤਾਂ ਇੰਨੇ ਬੰਦੇ ਲੈ ਕੇ ਆਇਆ ਇੱਥੇ ਜੀ, ਮੁਸਾਫਰ ਇਕੱਠੇ ਆਏ ਸੀ ਸਾਡੇ ਹਿੰਦੁਸਤਾਨ ਤੋਂ, ਤੇ ਉਦੋਂ ਕੀ ਪ੍ਰੋਬਲਮਸ ਆਈਆਂ, ਉਹਨਾਂ ਨੂੰ ਸਮੁੰਦਰ ਦੇ ਵਿੱਚ ਰੋਕ ਦਿੱਤਾ ਸੀਗਾ ਜੀ। ਤੇ ਸਰਦਾਰ ਭਾਗ ਸਿੰਘ ਜੀ ਸਾਡੇ ਜੋ ਗੁਰਦੁਆਰਾ ਦਾ ਪ੍ਰਧਾਨ ਸੀ ਉਸ ਵੇਲੇ ਇੱਥੇ, ਭਾਗ ਸਿੰਘ ਜੀ, ਤੇ ਬਾਕੀ ਦੇ ਜਿੰਨੇ ਵੀ ਸਾਰੀ ਕਮੇਟੀ ਵਾਲਿਆਂ ਨੇ ਰਲ ਕੇ, ਮੇਵਾ ਸਿੰਘ ਲੋਪੋਕੇ ਸਰਦਾਰ ਉਹਨਾਂ ਨੇ ਰਲ ਕੇ ਜੋ ਐਫਰਟਸ ਉਸ ਵੇਲੇ ਕੀਤੇ ਸੀ, ਉਹ ਸਾਰਾ ਕੁਛ ਅਸੀਂ ਕੋਸ਼ਿਸ਼ ਕੀਤੀ ਹੈ ਵੀ ਮਤਲਬ ਅਸੀਂ ਕੁਛ ਵੀ ਉਹਨੂੰ ਚੇਂਜ ਨਾ ਕਰੀਏ, ਔਰ ਐਵਰੀਥਿੰਗ ਅਕੋਰਡਿੰਗ ਟੂ ਇਤਿਹਾਸ ਜੋ ਹੋਇਆ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਂ ਇੱਕ ਬੇਨਤੀ ਵੀ ਜ਼ਰੂਰ ਕਰੂੰਗਾ ਕਿ ਇਹੋ ਜਿਹੀਆਂ ਫਿਲਮਾਂ ਜ਼ਰੂਰ ਦੇਖਣ ਜਾਇਓ, ਕਿਉਂਕਿ ਅਸੀਂ ਇਸ ਫਿਲਮ ਲਈ ਕਦੇ ਕਿਸੇ ਤੋਂ ਕੋਈ ਸਬਸਿਡੀ ਨਹੀਂ ਮੰਗੀ ਜੀ। ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਸਾਨੂੰ ਸਬਸਿਡੀ ਦਿਓ, ਸਾਨੂੰ ਇਸ ਫਿਲਮ ਨੂੰ ਬਣਾਉਣ ਨੂੰ 2.5 ਸਾਲ ਲੱਗ ਗਏ। ਅੱਛਾ ਜੀ। ਠੀਕ ਹੈ ਜੀ। ਅਸੀਂ ਇਹਦਾ ਪਹਿਲਾ ਸ਼ੂਟ ਕਰਕੇ ਆਏ ਸੀ ਰਾਜਸਥਾਨ 'ਚ ਜੀ, ਉਹੀ ਓਲਡ ਪੰਜਾਬ। ਉਸ ਤੋਂ ਬਾਅਦ ਫਿਰ ਸਾਨੂੰ ਉਹੀ ਓਲਡ ਕੈਨੇਡਾ ਚਾਹੀਦਾ ਸੀ। ਫਿਰ ਅਸੀਂ ਵੈਨਕੂਵਰ ਆਏ। ਵੈਨਕੂਵਰ ਤੋਂ ਬਾਅਦ ਅਸੀਂ ਇਹਨੂੰ ਪ੍ਰਿੰਸ ਜਾਰਜ ਕੈਨਲ ਤੋਂ ਅੱਗੇ ਬਾਰਕਰਵਿਲ ਇੱਕ ਗੋਸਟ ਟਾਊਨ ਆ ਜੀ, ਮਤਲਬ ਸ਼ਾਇਦ ਉਧਰ ਜਾਣ ਬਾਰੇ ਕੋਈ ਕੈਨੇਡਾ ਦਾ ਬੰਦਾ ਸੋਚਦਾ ਨਹੀਂ, ਉਹ ਜਾਂਦੇ ਵੀ ਨਹੀਂ ਹੋਣੇ। ਅਸੀਂ ਉੱਥੇ ਕਰਿਊ ਲੈ ਕੇ ਗਏ, ਫਿਲਮ ਸ਼ੂਟ ਕਰਕੇ ਆਏ। ਅੱਛਾ ਜੀ। ਤੇ ਅਸੀਂ ਮਤਲਬ ਬਾਬੇ ਦੀ ਮਿਹਰ ਨਾਲ ਸਾਡੀ ਮਿਹਨਤ ਨੇ ਇੱਕ ਉਹਨਾਂ ਦੀ ਜਰਨੀ ਨੂੰ ਬੜੇ ਵਧੀਆ ਤਰੀਕੇ ਨਾਲ ਮਤਲਬ ਸਾਡੀ ਟੀਮ ਦੀ ਮਿਹਨਤ ਨੇ ਉਹਨੂੰ ਬਣਾ ਲਿਆ ਆ ਜੀ। ਜੀ ਆਪਾਂ ਹੁਣ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਝਾਤ ਮਾਰੀਏ ਜੀ, ਦਿਨੋਂ ਦਿਨ ਆਰਟਿਸਟਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੀ, ਤੇ ਹੁਣ ਤਾਂ ਮਤਲਬ ਵੀ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਆਰਟਿਸਟ ਆ ਰਹੇ ਜੀ। ਉਹਨਾਂ ਆਰਟਿਸਟਾਂ ਦੀ ਗਿਣਤੀ ਵਧਣ ਦੇ ਨਾਲ ਸਾਡੀ ਜੋ ਸ਼ੋਜ਼ ਦੇ ਉੱਤੇ ਬਹੁਤ ਫਰਕ ਪੈ ਰਿਹਾ ਜੀ ਇਸ ਵਕਤ। ਹਾਂਜੀ। ਖਾਸ ਤੌਰ ਤੇ ਚਲੋ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਤਾਂ ਤਕਰੀਬਨ ਫ੍ਰੀ ਮੇਲੇ ਹੁੰਦੇ ਆ ਜੀ ਸਾਰੇ, ਉੱਥੇ ਲੋਕੀ ਕਰ ਲੈਂਦੇ। ਪਰ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਜਾਂ ਇੰਗਲੈਂਡ ਵਗੈਰਾ ਜਿਹੜੇ ਬਾਹਰਲੇ ਮੁਲਕ ਨੇ ਜੀ, ਉਹਨਾਂ ਦੇ ਵਿੱਚ ਜਦੋਂ ਜੋ ਆਰਟਿਸਟ ਵਧੀ ਜਾਂਦੇ ਆ, ਉਹ ਹਰ ਹਫ਼ਤੇ ਹੀ ਆਰਟਿਸਟ ਨਵੇਂ ਆਈ ਜਾਂਦੇ ਜੀ, ਅਲੱਗ-ਅਲੱਗ ਪ੍ਰਮੋਟਰ ਸਾਹਿਬ ਉਹਨਾਂ ਨੂੰ ਸ਼ੋਅ ਕਰਵਾ ਰਹੇ ਨੇ ਜੀ।
ਜਿੱਥੇ ਕਿ ਆਰਟਿਸਟ ਪੈਸੇ ਬਹੁਤ ਮੰਗ ਰਹੇ ਨੇ ਤੇ ਪਰ ਜਿਹੜੇ ਲੋਕ ਥੋੜੇ ਜਿਹੇ ਉਹਨਾਂ ਸ਼ੋਜ਼ ਤੋਂ ਹੁਣ ਗਰੇਜ਼ ਕਰਨ ਲੱਗ ਗਏ ਆ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹਦਾ ਸ਼ੋਅ ਬਿਜ਼ਨਸ ਦਾ ਭਵਿੱਖ ਕੀ ਲੱਗਦਾ ਜੀ ਆਰਟਿਸਟਾਂ ਦਾ? ਵਧੀਆ ਬਾਈ ਜੀ, ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਅੱਜ ਤੋਂ ਕਾਫੀ ਦੇਰ ਪਹਿਲਾਂ ਜਦੋਂ CD ਵਿਕਦੀ ਹੁੰਦੀ ਸੀ ਤੇ ਜਦੋਂ ਮੈਂ ਪਹਿਲੀ ਐਲਬਮ ਕੀਤੀ ਸੀ ਉਸ ਵੇਲੇ ਟੇਪ ਵਿਕਦੀ ਸੀਗੀ, ਟੇਪ ਘਟ ਗਈ ਸੀ, CD ਦਾ ਜ਼ਮਾਨਾ ਆ ਗਿਆ ਸੀ, CD ਬਹੁਤ ਵਿਕੀ ਉਦੋਂ। ਹੌਲੀ ਹੌਲੀ ਪਹਿਲਾਂ ਟੇਪ ਵਿਕਦੀ ਸੀ, ਫਿਰ CD ਵਿਕਦੀ ਸੀ, ਟੇਪ ਬੰਦ ਹੋ ਗਈ, CD ਆ ਗਈ, CD ਵਿਕਣੀ ਬੰਦ ਹੋ ਗਈ, ਪੈਨ ਡਰਾਈਵਸ ਆ ਗਈਆਂ, ਹੁਣ ਉਹ ਵੀ ਬੰਦ ਹੋ ਗਈਆਂ ਨੇ। ਬਟ ਮਤਲਬ ਕੁਛ ਚੀਜ਼ਾਂ ਬੰਦ ਹੁੰਦੀਆਂ ਨੇ, ਉਨੀਆਂ ਹੀ ਨਵੀਆਂ ਚੀਜ਼ਾਂ ਖੁੱਲ ਜਾਂਦੀਆਂ ਨੇ, ਉਨੀ ਡਿਜੀਟਲ ਦੀ ਮਾਰਕੀਟ ਵੱਡੀ ਹੋ ਗਈ ਤੇ ਆਰਟਿਸਟਾਂ ਨੇ ਆਪਦੇ ਚੈਨਲ ਬਣਾ ਲਏ ਨੇ ਜੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਅਸੀਂ ਕੀ ਚੀਜ਼ਾਂ, ਸਾਨੂੰ ਚਾਹਣ ਵਾਲੇ ਕਿੱਥੇ ਨੇ, ਤੇ ਉਹਨਾਂ ਨੂੰ ਇਹਦੀ ਹੁਣ ਉਧਰੋਂ ਇਨਕਮ ਸ਼ੁਰੂ ਹੋ ਗਈ ਹੈ ਜੀ। ਸ਼ੋਜ਼ ਤਾਂ ਨਹੀਂ ਬੰਦ ਹੋ ਸਕਦੇ ਮੈਨੂੰ ਲੱਗਦਾ, ਕਿਉਂਕਿ ਇਹ ਸਾਡੇ ਕਲਚਰ ਦੇ ਵਿੱਚ ਆ, ਸਾਡੇ ਖੂਨ ਦੇ ਵਿੱਚ ਆ ਜੀ। ਹੁਣ ਇੱਥੇ ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਵਿਆਹਾਂ ਦੇ ਉੱਪਰ ਸ਼ੋਅ ਲੱਗਣੇ ਸ਼ੁਰੂ ਹੋ ਗਏ ਜੀ। ਜਿਹੜੇ ਸ਼ੋਅ ਪੰਜਾਬ ਲੱਗਦੇ ਹੁੰਦੇ ਸੀ ਉਹ ਇੱਥੇ ਲੱਗਣ ਲੱਗ ਗਏ ਨੇ, ਉਹ ਘਟਣਗੇ ਨਹੀਂ, ਉਹ ਤਾਂ ਵਧਣਗੇ, ਕਿਉਂਕਿ ਇੱਥੇ ਆ ਕੇ ਹੁਣ ਬਾਬੇ ਦੀ ਮਿਹਰ ਨਾਲ ਸਾਰੇ ਪੰਜਾਬੀ ਭਰਾ ਮਿਹਨਤ ਕਰਦੇ ਨੇ, ਵਧੀਆ ਪੈਸੇ ਕਮਾ ਰਹੇ ਨੇ। ਹੁਣ ਉਹ ਸੋਚਦੇ ਨੇ ਕਿ ਇੰਡੀਆ ਜਾਵਾਂਗੇ, ਮਤਲਬ ਜੇ 50 ਜਣੇ ਇੰਡੀਆ ਗਏ ਤਾਂ 50 ਲੱਖ ਦੀਆਂ ਟਿਕਟਾਂ ਲੱਗ ਗਈਆਂ, ਬੈਟਰ ਆ ਕਿ ਵਿਆਹ ਇੱਥੇ ਕਰ ਲਓ, ਸਿੰਗਰ ਨੂੰ ਇੱਥੇ ਲਵਾ ਲਓ। ਹਨਾ ਉਹ ਸ਼ੋਅ ਇੱਥੇ ਸ਼ੁਰੂ ਹੋ ਗਏ ਨੇ ਜੀ। ਤੇ ਮੈਂ ਬਾਕੀ ਸਭ ਨੇ ਆਪਣੀ ਕਿਸਮਤ ਦਾ ਖਾਣਾ ਜੀ, ਹਨਾ ਜੀ। ਔਰ ਜਿਹੜਾ ਸ਼ੋਅ ਦਾ ਜੋ ਐਕਸਪੀਰੀਅੰਸ ਹੁੰਦਾ, ਜੋ ਲਾਈਵ ਸ਼ੋਅਜ਼ ਦਾ ਹੁੰਦਾ ਆ, ਉਹ ਤਾਂ ਸ਼ੋਅ ਲਾਉਣ ਦੇ ਨਾਲ ਹੀ ਤਜਰਬਾ ਵੱਧਦਾ ਆ। ਜਿਹੜਾ ਬੰਦਾ ਵਧੀਆ ਲਾਈਵ ਸ਼ੋਅ ਲਾਉਂਦਾ ਉਹਦੇ ਕੋਲ ਕੰਮ ਨਹੀਂ ਘਟ ਸਕਦਾ। ਨਹੀਂ, ਗੱਲ ਸਹੀ ਹੈ। ਅਸਲੀ ਪਰਫਾਰਮੈਂਸ ਦੇ ਉੱਤੇ ਹੈ ਜੀ, ਪਰਫਾਰਮੈਂਸ ਦੇ ਉੱਪਰ ਜੀ। ਤੁਸੀਂ ਇੱਕ ਸ਼ੋਅ ਲਾਉਂਦੇ ਆ, ਉਸ ਤੋਂ ਤੁਹਾਨੂੰ 10 ਸ਼ੋਅ ਹੋਰ ਬੁੱਕ ਹੁੰਦੇ ਨੇ ਕਿ ਨਹੀਂ ਯਾਰ ਹੀ ਇਜ਼ ਗੁੱਡ ਪਰਫਾਰਮਰ। ਗਾਣੇ ਤਾਂ ਹੈਗੇ ਨਹੀਂ, ਪਰ ਪਰਫਾਰਮ ਕਰਨੇ ਵੀ ਹੋਣੇ ਚਾਹੀਦੇ ਸੀ। ਪਰ ਦੂਜੇ ਪਾਸੇ ਜੀ ਕਈ ਵਾਰੀ ਸਾਡੇ ਜਿਹੜੇ ਨਵੇਂ ਪ੍ਰਮੋਟਰ ਜਾਂ ਕੋਈ ਵੀ ਪ੍ਰਮੋਟਰ ਲਾ ਲਈਏ, ਜਿਹੜਾ ਅੱਜ ਕੱਲ੍ਹ YouTube ਦੇ ਉੱਤੇ ਜ਼ਿਆਦਾ ਕਲਿੱਕ ਵਾਲਾ ਕੰਮ ਚੱਲਦਾ ਜੀ, ਉਹਨਾਂ ਨੂੰ ਦੇਖ ਕੇ ਉਹ ਵਿਚਾਰੇ ਫਸ ਜਾਂਦੇ ਆ। ਉਹ ਐਸੇ ਆਰਟਿਸਟਾਂ ਨੂੰ ਸਾਈਨ ਕਰ ਲੈਂਦੇ ਆ ਜਿਨ੍ਹਾਂ ਤੋਂ ਜਦੋਂ ਇੱਥੇ ਆ ਕੇ ਪਤਾ ਲੱਗਦਾ ਕਿ ਜਾਂ ਸਟੇਜ ਦੇ ਉੱਤੇ ਤਾਂ ਇਹਨਾਂ ਦੀ ਪਰਫਾਰਮੈਂਸ ਨਹੀਂ ਹੁੰਦੀ ਜੀ, ਉਸ ਤੋਂ ਬਾਅਦ ਪਛਤਾਵਾ ਹੁੰਦਾ। ਜਿਹੜੇ ਹੁਣ ਫੇਕ ਵਿਊਜ਼ ਕਰਨੇ ਜੀ, ਇਹ ਆਪਣੀ ਮਤਲਬ ਦਾ ਇੰਡਸਟਰੀ ਨੂੰ ਇਹ ਥੱਲੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਤਾਂ ਇਹ ਹੈਗਾ ਜੀ, ਮਤਲਬ ਜਦੋਂ ਕੋਈ ਆਰਟਿਸਟ ਆਉਂਦਾ ਆ ਤੇ ਮੈਂਟੈਲਿਟੀ ਇੱਦਾਂ ਬਣੀ ਹੋਈ ਆ ਕਿ ਜਦੋਂ ਗਾਣਾ ਆਉਂਦਾ ਆ ਤਾਂ ਉਹ ਰਾਤੇ ਰਾਤ ਉਹਨੂੰ ਤੁਸੀਂ ਮਤਲਬ ਫੇਕ ਵਿਊ ਲੈ ਕੇ 2-2.5 ਮਿਲੀਅਨ ਟਪਾ ਦਿਓ, ਆਪਣੇ ਆਪ ਨੂੰ ਵੱਡਾ ਸ਼ੋਅ ਕਰੀਏ ਅਸੀਂ, ਤਾਂ ਕਿ ਸੋ ਦੈਟ ਵੀ ਕੈਨ ਲਾਈਕ ਨਵੇਂ ਪ੍ਰੋਡਿਊਸਰਸ ਆਉਂਦੇ ਨੇ, ਉਹਨੂੰ ਪਤਾ ਲੱਗੇ ਕਿ ਆਹ ਦੇਖੋ ਕਿੱਡਾ ਵੱਡਾ ਆਰਟਿਸਟ ਆ, ਵੀ ਇਹਦੇ ਇੰਨੇ ਵਿਊ ਹੋ ਗਏ। ਜਾਂ ਜਿਹੜੇ ਲਾਈਕ ਫੈਨ ਪੇਜ ਨੇ ਵੀ ਉਹਨਾਂ ਨੂੰ ਵੱਡਾ ਕੀਤਾ ਜਾਵੇ, ਉਹਦੇ 'ਚ ਮਤਲਬ ਬਾਏ ਕਰਕੇ ਤੁਸੀਂ ਉਹਦੇ 'ਚ ਉਹ ਲੈ ਲੈਂਦੇ ਹੋ, ਉਹਦੇ ਸਬਸਕ੍ਰਾਈਬਰ ਲੈ ਲੈਂਦੇ ਹੋ ਕਿ ਉਹਨੂੰ ਵਧਾ ਲਓ। ਹਨਾ ਬਿਜ਼ਨਸ ਸਟ੍ਰੈਟਜੀ ਹੈ ਜੀ ਇਹ। ਹਾਂ, ਸਿਆਣੇ ਹੋ ਗਏ ਜੀ ਸਾਰੇ ਜਾਣੇ। ਜਿਵੇਂ ਪਹਿਲਾਂ ਜਦੋਂ ਲੀਡਰ ਲੜਦੇ ਸੀ, ਚੋਣਾਂ ਲੜਦੇ ਸੀ, ਉਹਨਾਂ ਦੇ ਸਲਾਹਕਾਰ ਹੁੰਦੇ ਸੀ, ਉਹ ਦੱਸਦੇ ਕਿ ਪਿੱਛੋਂ ਤੁਸੀਂ ਆਹ ਬੋਲਣਾ ਸਟੇਜ ਤੇ ਜਾ ਕੇ, ਜੇ ਤੁਸੀਂ ਆਹ ਬੋਲੋਗੇ ਤਾਂ ਗਾਂ ਵਾਲਾ ਐਂ ਬੋਲੂਗਾ ਤੇ ਤੁਹਾਨੂੰ ਉਹਦਾ ਆਹ ਰਿਐਕਸ਼ਨ ਮਿਲੂ ਤੇ ਆਹ ਰਿਜ਼ਲਟ ਮਿਲੂਗਾ, ਇੱਥੋਂ ਆਪਣੀ ਵੋਟ ਮਿਲ ਜੂਗੀ। ਸੋ ਸੇਮ ਥਿੰਗ ਇੱਧਰ ਹੋ ਗਈ ਹੈ ਜੀ। ਇਹਦੇ ਵਿੱਚ ਵੀ ਸਲਾਹਕਾਰ ਬਹੁਤ ਵਧੀਆ ਆ ਗਏ ਨੇ, ਉਹ ਸਲਾਹ ਦੇ ਰਹੇ ਨੇ ਕਿ ਐਂ ਕਰੋ ਤੁਸੀਂ, ਇੱਧਰ ਇੰਨੇ ਵਿਊ ਬਣਾ ਲਓ, ਇੱਧਰ ਆਹ ਚੱਕ ਦਿਓ, ਇੱਦਾਂ ਕਰ ਦਿਓ, ਤੇ ਇਹਦੇ ਨਾਲ ਕੀ ਹੋਏਗਾ ਕਿ ਆਪਾਂ ਨੂੰ ਜੇ ਫਿਲਮ ਆਏਗੀ ਤਾਂ ਆਪਣਾ ਰੇਟ ਇੰਨਾ ਆਪਾਂ ਨੂੰ ਐਸੇ ਫਿਲਮ ਦੇ ਵਿੱਚ ਐਜ਼ ਏ ਹੀਰੋ ਵੀ ਰੇਟ ਵੱਧ ਜੂਗਾ। ਤੇ ਜੇ ਨਵੀਂ ਕੰਪਨੀ ਨੂੰ ਕਿਸੇ ਨੂੰ ਆਪਾਂ ਗਾਣਾ ਵੇਚਾਂਗੇ ਆਪਦਾ, ਤੇ ਜੇ 5 ਲੱਖ ਮਿਲਣਾ ਤੇ ਹੋ ਸਕਦਾ ਉਹਦਾ 20 ਵੀ ਮਿਲ ਜਾਂਦਾ, ਕਿਉਂਕਿ ਉਹਨਾਂ ਦਾ ਵਿਊਜ਼ ਨਾਲ ਮਤਲਬ ਆ ਨਾ। ਬਟ ਜਿਹੜੇ ਬੰਦੇ ਅਵੇਅਰ ਨੇ, ਉਹਨਾਂ ਨੂੰ ਪਤਾ ਨੇ, ਉਹਦੇ ਇੱਕ ਸੌਫਟਵੇਅਰ ਵੀ ਹੁੰਦੇ ਨੇ ਕਿ ਕਿਹੜੇ ਉਹਨਾਂ ਨੇ ਪਰਚੇਜ਼ ਕੀਤੇ ਨੇ, ਉਹ ਸਾਰਾ ਕੁਝ ਵੇਖ ਕੇ ਪਤਾ ਲੱਗ ਜਾਂਦਾ ਜੀ। ਜਦੋਂ ਅਸੀਂ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ ਜੀ, ਸਾਡੇ ਜਿੱਥੇ ਸਾਡਾ ਪੰਜਾਬੀ ਕਮਿਊਨਿਟੀ, ਅਸੀਂ ਸਖਤ ਮਿਹਨਤ ਕਰਦੇ ਹਾਂ, ਹਮੇਸ਼ਾ ਮਿਹਨਤੀ ਬੰਦੇ ਆ ਆਪਾਂ। ਇਹਦੇ ਨਾਲ ਇੱਕ ਸਾਡੀ ਸ਼ੁਰੂ ਤੋਂ ਆਦਤ ਬਣੀ ਹੋਈ ਆ ਇੱਕ ਦੂਜੇ ਦੇ ਲੱਤਾਂ ਖਿੱਚਣੀਆਂ, ਪੈਰ ਖਿੱਚਣੇ ਜੀ। ਹਰ ਇੱਕ ਫੀਲਡ ਦੇ ਵਿੱਚ ਇਹ ਚੱਲਦਾ ਜੀ। ਤੇ ਜਿਹੜਾ ਪੰਜਾਬੀ ਗੀਤ ਸੰਗੀਤ ਦਾ ਫੀਲਡ ਆ ਜੀ, ਉਹਦੇ ਵਿੱਚ ਕਿੰਨਾ ਕੁ ਜ਼ੋਰ ਦੇ ਉੱਤੇ ਹੀ ਕੰਮ ਚੱਲ ਰਿਹਾ? ਕੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਵਾਪਰਿਆ, ਕਦੇ ਤੁਹਾਡੇ ਸਮਕਾਲੀ ਗਾਇਕ ਨੇ ਜਾਂ ਕਿਸੇ ਨੇ ਤੁਹਾਨੂੰ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜੀ? ਨਹੀਂ ਬਈ, ਕਦੇ ਨਹੀਂ ਹੋਇਆ। ਪਰ ਜਦੋਂ ਮੈਂ ਨਵਾਂ ਆਇਆ ਸੀ ਉਦੋਂ ਬੜੀਆਂ ਕੋਸ਼ਿਸ਼ਾਂ ਹੋਈਆਂ ਨੇ ਜੀ ਕਿ ਬੰਦੇ ਨੂੰ ਖਤਮ ਕੀਤਾ ਜਾਵੇ ਨਾ ਜੀ। ਕਈ ਹੁੰਦੇ ਨੇ ਲਾਈਕ ਵੀ, ਬਟ ਆਈ ਡੋਂਟ ਕੇਅਰ ਬਈ। ਮੈਂ ਕਦੇ ਕਿਸੇ ਲਈ ਗਲਤ ਨਹੀਂ ਬੋਲਿਆ, ਤੇ ਜੇ ਕੋਈ ਮੇਰੇ ਲਈ ਬੋਲੂ ਮੈਂ ਸੁਣਦਾ ਵੀ ਨਹੀਂ ਜੀ। ਟਰੂ ਜੀ ਗੱਲ ਆ ਬਈ, ਜੇ ਕੋਈ ਆਪਣੇ ਲਈ ਬੋਲੂਗਾ ਆਪਾਂ ਕੱਢ ਕੇ ਬੋਲਾਂਗੇ ਹਨਾ। ਤੇ ਮਤਲਬ ਮੈਂ ਜਦੋਂ ਕਿਸੇ ਲਈ ਕਹਿੰਦਾ ਨਹੀਂ ਕੁਛ ਹਨਾ, ਤੇ ਮੈਨੂੰ ਲੱਗਦਾ ਕਿ ਨਹੀਂ ਬੋਲਣਾ ਚਾਹੀਦਾ। ਪਰ ਵਾਹਿਗੁਰੂ ਦੀ ਮਿਹਰ ਆ ਵੀ ਕਿਸੇ ਨੇ ਬੋਲਿਆ ਨਹੀਂ ਏਦਾਂ। ਨਹੀਂ ਤਾਂ ਨਹੀਂ ਵਾਪਰਿਆ, ਕਿਉਂਕਿ ਬਾਕੀ ਤਾਂ ਚੱਲਦੀ ਰਹਿੰਦੀ ਪੋਲੀਟਿਕਸ ਹਰੇਕ ਜਗ੍ਹਾ ਦੇ ਉੱਪਰ ਆ। ਮੇਰੇ ਲਈ ਕੋਈ 100 ਵਾਰੀ ਕਰੇ, ਇਹ ਕਹਿਣ ਦੀਆਂ ਗੱਲਾਂ ਨਹੀਂ, ਪਰ ਕੋਈ ਬੰਦਾ ਦਿਖਾ ਦੇ ਕਿ ਸਿੱਪੀ ਨੇ ਕਿਸੇ ਲਈ ਕਦੇ ਪੋਲੀਟਿਕਸ ਕੀਤੀ ਹੋਵੇ, ਜੇ ਕੋਈ ਬੰਦਾ ਪ੍ਰੂਫ ਕਰ ਦੇਵੇ ਤੇ ਮੈਂ ਮੰਨ ਜਾਊਂਗਾ। ਬਿਲਕੁਲ। ਇਹ
ਪਰ ਕਰਦੇ ਨੇ ਲੋਕ, ਮੈਂ ਇਸ ਚੀਜ਼ ਨੂੰ ਮੈਂ ਹਨਾ ਕਰਦੇ ਨੇ, ਟਰਾਈ ਕਰਦੇ ਨੇ ਪੂਰੀ। ਪਰ ਕੁਛ ਖੂਨ ਐਸੇ ਹੁੰਦੇ ਨੇ ਵਿੱਚ ਜਿਹੜੇ ਜਿਹੜਾ ਬਲੱਡ ਸਾਡੇ 'ਚ ਚੱਲਦਾ, ਜਿਹੜੇ ਹਨਾ ਲਾਣੇ 'ਚੋਂ ਅਸੀਂ ਆ, ਆਈ ਡੋਂਟ ਕੇਅਰ ਜੋ ਹੁੰਦਾ ਹੋ ਹੀ ਜਾਵੇ। ਖਾ ਜੀਏ ਸ਼ੇਰ ਸਾਹਿਬ ਤਾਂ ਨਹੀਂ ਕਦੇ ਨਾ ਸਿੱਟੀਆਂ ਗਿਟਾਰਾਂ 'ਚ, ਡੋਂਟ ਕੇਅਰ ਅਬਾਊਟ ਲਾਈਕ ਗਿਟਾਰਾਂ ਜਿਹੜੀਆਂ ਦਾ ਕੀ ਹੁੰਦਾ ਜੀ। ਹਰ ਇੱਕ ਇਨਸਾਨ ਜਦੋਂ ਆਪਾਂ ਅਣਖ ਤੇ ਈਗੋ 'ਚ ਹਨਾ ਵੀ ਬਹੁਤ ਫਰਕ ਹੁੰਦਾ ਜੀ ਹਨਾ। ਅਣਖ ਹੋਣੀ ਚਾਹੀਦੀ ਹੈ, ਈਗੋ ਨਹੀਂ ਹੋਣੀ ਚਾਹੀਦੀ। ਅਣਖ ਤਾਂ ਬਹੁਤ ਜ਼ਰੂਰੀ ਹੈ ਜੀ। ਜਿਸ ਬੰਦੇ 'ਚ ਅਣਖ ਹੈ ਨਹੀਂ ਜੀ, ਉਹ ਬੰਦਾ ਕਰਦਾ ਜੀ। ਬਿਲਕੁਲ ਜੀ। ਜਦੋਂ ਇਨਸਾਨ ਕੋਈ ਵੀ ਵੱਡੀ ਮੰਜ਼ਿਲ ਤੇ ਪਹੁੰਚਦਾ, ਇਸ ਟਾਈਮ ਤੁਹਾਡਾ ਸਾਰੇ ਪਾਸੇ ਨਾਮ ਆ ਜੀ, ਤੁਹਾਡੇ ਹਰ ਉਮਰ ਦੇ ਜਿਹੜੇ ਤੁਹਾਡੇ ਦਰਸ਼ਕ ਤੇ ਸਰੋਤੇ ਤੁਹਾਨੂੰ ਪਿਆਰ ਕਰਦੇ ਆ, ਕਦੇ ਦਿਲ 'ਚ ਹੰਕਾਰ ਵੀ ਆਇਆ, ਮੈਂ ਸਿੱਪੀ ਗਿੱਲ ਮੈਨੂੰ ਪਤਾ ਨਹੀਂ ਲੱਗਾ ਜੀ ਮੈਂ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਮੈਂ ਹੈ ਕੀ ਹਾਂ। ਮੈਨੂੰ ਇਹ ਨਹੀਂ ਪਤਾ ਮੈਂ ਰਹਿਣ ਵਾਲਾ ਕਿੱਥੋਂ ਦਾ ਨਾ ਜੀ। ਆਰਟਿਸਟ ਨੂੰ ਸਾਰੀ ਉਮਰ ਵੀ ਲਾਈਕ ਆਪਾਂ ਟਰੈਵਲਿੰਗ 'ਚ ਕੱਢ ਦਿੰਦੇ ਆ ਨਾ, ਤੇ ਨਾ ਹੀ ਕਦੇ ਇਹ ਫੀਲ ਹੋਇਆ ਕਿ ਮੈਂ ਕੋਈ ਮਤਲਬ ਵੀ ਆਹ ਹੋ ਗਿਆ ਜਾਂ ਆਰਟਿਸਟ ਹੋ ਗਿਆ। ਜਦੋਂ ਤੁਹਾਡੇ ਨਾਲ ਕੋਈ ਬੰਦਾ ਫੋਟੋ ਵੀ ਕਰਾਉਂਦਾ, ਤੁਹਾਨੂੰ ਕਿ ਮਿਲਣ ਵਾਸਤੇ ਵੀ ਆਉਂਦਾ, ਉਦੋਂ ਕਈ ਵਾਰੀ ਲੱਗਦਾ ਯਾਰ ਇਹ ਵੀ ਇੰਨਾ ਕਾਹਤੋਂ ਕਰੀ ਜਾਂਦਾ ਨਾ। ਕਈ ਵਾਰੀ ਬੰਦੇ ਤੁਹਾਨੂੰ ਮਿਲਦੇ ਵੀ ਨਹੀਂ ਇੱਦਾਂ ਨਾ। ਕਈ ਵਾਰੀ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ, ਮੈਂ ਕੋਈ ਬੰਦਾ ਸੀਗਾ ਟੋਰਾਂਟੋ ਨਾ, ਉਹ ਕਹਿੰਦਾ ਮੈਂ ਵੀ ਮਿਲਣਾ ਘਰੇ ਆਇਓ। ਘਰੇ ਗਿਆ ਤੇ ਉਹਨੇ ਮਤਲਬ ਜਿਹੜੇ ਡੌਗ ਮੈਂ ਰੱਖੇ ਉਹੀ ਡੌਗ ਰੱਖੇ ਹੋਏ ਹਨ ਮੁੰਡੇ ਨੇ, ਉਹਨੇ ਸੇਮ ਬਰੀਡ ਤੇ ਜਿਹੜੇ ਕੱਪੜੇ ਮੈਂ ਲੈ ਕੇ ਉਹਨਾਂ ਸੇਮ ਕੱਪੜੇ। ਮੈਨੂੰ ਇਹ ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਮੈਂ ਨਹੀਂ ਇਕੱਲਾ, ਹਰੇਕ ਆਰਟਿਸਟ ਦੇ ਫੈਨ ਹੋਣਗੇ। ਲਾਈਕ ਜੇ ਪੰਜਾਬ ਦੇ ਵਿੱਚ ਬਲਕਾਰ ਨਖੀਲਾ ਇੱਕ ਡਿਊਟ ਸਿੰਗਰ ਨੇ, ਉਹਦੇ ਵੀ ਫੈਨ ਹੋਣਗੇ ਜੀ, ਉਹਦੇ ਵੀ ਹੈਗੇ ਨੇ, ਉਹਨੂੰ ਚਾਹਣ ਵਾਲੇ ਨੇ ਨਾ। ਤੇ ਮਤਲਬ ਸਭ ਦੇ ਆਪਦੇ ਫੈਨ ਨੇ। ਤੇ ਉਦੋਂ ਬੜੀ ਹੈਰਾਨੀ ਹੁੰਦੀ ਯਾਰ ਵੀ ਐਸੀ ਕੀ ਚੀਜ਼ ਆ ਯਾਰ ਵੀ ਜਿਹੜਾ ਇੰਨਾ ਜ਼ਿਆਦਾ ਹੋਈ ਜਾਂਦਾ ਨਾ। ਬਟ ਇਹ ਸ਼ੁਕਰ ਆ ਰੱਬ ਦਾ, ਪਰ ਉਸ ਚੀਜ਼ ਨੂੰ ਲੈ ਕੇ ਕਦੇ ਹੰਕਾਰ ਨਹੀਂ ਹੋਇਆ ਬਾਈ, ਕਦੇ ਨਹੀਂ ਹੋਇਆ। ਨਹੀਂ, ਤੁਸੀਂ ਇਸ ਟਾਈਮ ਤੁਹਾਨੂੰ ਲੋਕਾਂ ਦੇ ਹਰਮਨ ਪਿਆਰ ਵੀ ਤਾਂ ਹੀ ਹੋ ਜੀ, ਕਿਉਂਕਿ ਜਿਹੜੇ ਕਲਾਕਾਰ ਹੰਕਾਰ ਕਰ ਜਾਂਦੇ ਆ ਜੀ, ਉਹ ਮੈਨੂੰ ਲੱਗਦਾ ਲੋਕ ਬੜਾ ਚੰਗੀ ਬਰਦਾਸ਼ਤ ਕਰਦੇ ਹੋ। ਜਿਨ੍ਹਾਂ ਨੇ ਉਹਨਾਂ ਨੂੰ ਅਰਸ਼ ਤੇ ਚਾੜਨਾ ਹੁੰਦੇ, ਫਰਸ਼ ਤੇ ਵੀ ਲੈ ਆਉਂਦੇ ਜੀ। ਫਿਰ ਜੋ ਕੁਛ ਹੈ ਬਾਈ ਜੀ, ਲਾਈਕ ਜੋ ਲਿਵਿੰਗ ਸਟੈਂਡਰਡ ਵਾਹਿਗੁਰੂ ਨੇ ਅੱਜ ਦਿੱਤਾ, ਇਹ ਪ੍ਰਮਾਤਮਾ ਨੇ ਮੈਨੂੰ ਉਦੋਂ ਵੀ ਦੇ ਦਿੱਤਾ ਸੀ ਜਦੋਂ ਮੈਂ ਸਟੂਡੈਂਟ ਸੀਗਾ। ਅੱਛਾ ਜੀ। ਆਈ ਮੀਨ ਟੂ ਸੇ ਕਿ ਮੈਨੂੰ ਚੇਂਜ ਨਹੀਂ ਲੱਗਦਾ ਕਿ ਪੈਸਾ ਆਉਣਾ ਜਾਣਾ ਦੈਟਸ ਡਿਫਰੈਂਟ ਸਟੋਰੀ ਹੈ ਨਾ। ਤੇ ਮੇਰੇ ਬਾਪੂ ਨੇ ਡੈਡ ਨੇ ਮੈਨੂੰ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ। ਐਵੇਂ ਮੈਂ ਜਬਲੇ ਨਾਲ ਮਰੀ ਜਾਵਾਂ ਕਿ ਮੈਂ ਇਹ ਕਰਦਾ ਸੀ, ਬੜਾ ਔਖਾ ਸੀਗਾ, ਮੈਨੂੰ ਕੁਛ ਹੀ ਔਖਾ ਨਹੀਂ ਸੀ ਬਾਈ। ਲਾਈਕ ਮੈਂ ਸਲੂਟ ਕਰਦਾ ਮੇਰੇ ਦਾਦਾ ਜੀ, ਸਾਡੇ ਪਰਿਵਾਰ ਨੂੰ ਰਾਈਟ, ਕਦੇ ਨਹੀਂ ਕੋਈ ਕਮੀ ਆਉਣ ਦਿੱਤੀ। ਲਾਈਕ ਵੀ ਉਸ ਵੇਲੇ ਵੀ ਆਹੀ ਫੈਸਿਲਿਟੀਆਂ ਸੀਗੀਆਂ, ਇਸ ਤੋਂ ਵਧੀਆ ਹੀ ਹੋਣਗੀਆਂ। ਹੁਣ ਤਾਂ ਮੈਂ ਸ਼ਾਇਦ ਸਿਆਣਾ ਹੋ ਗਿਆ, ਮੈਂ ਖੁਦ ਕਮਾਉਣ ਲੱਗ ਗਿਆ, ਕਹਿੰਦੀ ਯਾਰ ਥੋੜਾ ਘੱਟ ਕਰ ਹਨਾ। ਉਦੋਂ ਸ਼ਾਇਦ ਜ਼ਿਆਦਾ ਬ੍ਰਾਂਡਡ ਹੋਵਾਂਗੇ, ਹੁਣ ਹਨਾ। ਹਾਂ, ਮਤਲਬ ਕਹਿਣ ਤੋਂ ਭਾਵ ਕਿ ਵੀ ਮਿਹਰ ਆ ਵਾਹਿਗੁਰੂ ਦੀ, ਤੇ ਤਾਂ ਸ਼ਾਇਦ ਇਹਦੇ ਕਰਕੇ ਵੀ ਹੋ ਸਕਦਾ ਕਿ ਮੈਨੂੰ ਕੋਈ ਚੇਂਜ ਲੱਗੀ ਨਹੀਂ ਹੈਗੀ ਕਦੇ ਕਿ ਹਾਂ ਯਾਰ ਵੀ ਪਤਾ ਨਹੀਂ ਹਨਾ। ਬਿਲਕੁਲ ਜੀ। ਤੁਸੀਂ ਜਿਸ ਹਿਸਾਬ ਨਾਲ ਅਸੀਂ ਲੋਕਾਂ ਤੋਂ ਤੁਹਾਡੇ ਬਾਰੇ ਸੁਣਿਆ ਸੀਗਾ ਗੱਲਬਾਤ, ਕਿ ਜਿਹੜੇ ਤੁਹਾਡੇ ਨਜ਼ਦੀਕੀ ਨੇ ਜੀ, ਕਿ ਤੁਸੀਂ ਡਾਊਨ ਟੂ ਅਰਥ ਹੋ ਜੀ, ਤੇ ਉਹੀ ਸਾਡੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹੀ ਸਾਡੇ ਛੋਟੇ ਵੀਰ ਨੂੰ ਅਸੀਂ ਪਾਇਆ। ਫਿਊਚਰ ਪਲਾਨਸ ਕੀ ਨੇ ਜੀ? ਹੋਰ ਕੀ ਕਰਨ ਜਾ ਰਹੇ ਹੋ? ਕਿਸ ਤਰ੍ਹਾਂ ਦੀਆਂ ਫਿਲਮਾਂ ਹੋਰ ਕਰ ਰਹੇ ਹੋ, ਜਾਂ ਕਿਸ ਤਰ੍ਹਾਂ ਦੀ ਵੀਡੀਓ ਆਡੀਓ ਵਗੈਰਾ ਕਰ? ਪਿੱਛੇ ਜੇ ਮੈਂ ਬੜਾ ਸੈਟੀਸਫਾਈ ਹੋ ਗਿਆ ਸੀ, ਮਤਲਬ ਵੀ ਕਿਤੇ ਸ਼ੋਅ ਤੇ ਵੀ ਜਾਂਦੇ ਆ, ਕਿਤੇ ਆ ਰਹੇ ਆ ਨਾ, ਮਤਲਬ ਵੀ ਪੈਸੇ ਨੂੰ ਇੰਨੀ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੱਤੀ ਹੈ ਨਾ ਜੀ। ਅੱਜ ਵੀ ਨਹੀਂ, ਮਤਲਬ ਉਸ ਚੀਜ਼ ਨੂੰ ਇੰਨਾ ਨਹੀਂ ਹੈਗਾ ਨਾ। ਮੈਂ ਗੱਡੀ ਦੀ ਮਗਰਲੀ ਸੀਟ ਤੇ ਕਿਤੇ ਬੈਠੇ ਜਾ ਰਹੇ ਤਾਂ ਰੱਬ ਦਾ ਸ਼ੁਕਰ ਕਰਦਾ ਜਾਂਦਾ ਸੀ ਵੀ ਸ਼ੁਕਰ ਹੈ ਰੱਬ, ਤੂੰ ਬਹੁਤ ਸੋਹਣੀ ਲਾਈਫ ਦਿੱਤੀ ਹੈ ਵੀ ਮੈਨੂੰ, ਜਿਹੜਾ ਤੂੰ ਮੈਨੂੰ ਕੰਮ ਦਿੱਤਾ, ਮੈਂ ਬਹੁਤ ਹੈਪੀ ਹਾਂ। ਮੈਂ ਪ੍ਰਾਊਡਲੀ ਕਹਿੰਦਾ ਕਿ ਮੈਂ ਗਾਉਣ ਵਾਲਾ ਜੀ। ਕਈ ਬੰਦੇ ਨੂੰ ਕਿਸੇ ਤੂੰ ਗਾਉਣ ਵਾਲਾ ਤਾਂ ਮਾਈਂਡ ਕਰ ਦਿੰਦਾ, ਮੈਂ ਗਾਉਣਾ ਮੈਂ। ਤੇ ਫਿਊਚਰ ਪਲਾਨਸ ਕਦੇ ਪਿੱਛੇ ਜਦ ਮੈਂ ਰਿਲੈਕਸ ਹੋ ਗਿਆ ਸੀ ਕਿ ਨਹੀਂ ਓਕੇ ਆ ਵੀ ਹੁਣ ਮੈਂ ਵੀ ਸ਼ਾਂਤੀ ਨਾਲ ਵੀ, ਮਤਲਬ ਵੀ ਬਹੁਤ ਘੱਟ ਗਾਣੇ ਕਰਦਾ ਸੀਗਾ। ਫਿਲਮਾਂ ਪੁੱਤ ਜੱਟਾਂ ਦੀ ਫਿਲਮ ਹਿੱਟ ਹੋਈ ਸੀ, ਬੜੀਆਂ ਫਿਲਮਾਂ ਦੀ ਆਫਰ ਆਈ, ਮੈਂ ਸੱਚੀ ਨਹੀਂ ਕੀਤੀ ਬਾਅਦ 'ਚ, ਕਹਿਣ ਨੂੰ ਕਿ ਲੱਗ ਹੀ ਜਾਵੇ। ਉਹ ਫਿਲਮ ਆ ਕੇ ਫਲੋਪ ਹੋਈਆਂ ਨੇ। ਜਦੋਂ ਮੈਨੂੰ ਲੱਗਦਾ ਸੀ ਜਿਹੜੀ ਫਿਲਮ ਆ ਕੇ ਫਲੋਪ ਹੋਣੀ, ਉਹਨੂੰ ਕਰਨ ਦਾ ਫਾਇਦਾ ਕੀ, ਮੈਂ ਇਕੱਲੇ ਪੈਸੇ ਲਈ ਕੰਮ ਨਹੀਂ ਕੀਤਾ ਨਾ। ਤੇ ਬਟ ਹੁਣ ਉਸ ਤੋਂ ਬਾਅਦ ਕੀ ਲੱਗਣ ਲੱਗ ਜਾਂਦਾ ਕਈ ਵਾਰੀ ਕਿ ਯਾਰ ਵੀ ਖਣੀਆ ਬੰਦਾ ਖਤਮ ਹੋ ਗਿਆ। ਤੁਸੀਂ ਸਲੋ ਕੰਮ ਕਰਦੇ ਹੋ, ਕੋਈ ਤੁਹਾਡਾ ਇੱਕ ਪੀਸ ਆਫ ਮਾਈਂਡ ਆ, ਤੁਸੀਂ ਕਹਿੰਦੇ ਯਾਰ ਓਕੇ ਆ ਹੁਣ ਕੰਮ ਵੀ, ਇਸ ਤੋਂ ਬਾਅਦ ਵੀ ਕੀ ਕਰਨਾ ਨਾ। ਪਰ ਉਦੋਂ ਲੱਗਦਾ ਖਤਮ ਹੋ ਗਿਆ। ਸੋ ਉਸ ਚੀਜ਼ ਨੂੰ ਹੁਣ ਦੂਰ ਕਰਨ ਲਈ ਮੈਂ ਬੈਕ ਟੂ ਬੈਕ ਵਰਕ ਕਰ ਰਿਹਾ। 3 ਫਿਲਮਾਂ, 2 ਰੈਡੀ ਨੇ, ਤੀਜੀ ਮੈਂ ਅਕਤੂਬਰ 'ਚ ਸ਼ੂਟ ਆ ਜਾ ਕੇ। ਤੇ ਉਸ ਤੋਂ ਬਿਨਾਂ ਫਿਊਚਰ ਪਲਾਨਸ ਇਹ ਨੇ ਕਿ ਗਾਣੇ ਬੈਕ ਟੂ ਬੈਕ, ਜਿਵੇਂ ਮੈਂ ਹੁਣ ਸ਼ੁਰੂ ਕੀਤਾ ਡੋਂਟ ਵਰਕ ਤੋਂ ਫਿਰ ਤੋਂ। ਸੋ ਹੁਣ ਨੋ ਰੈਸਟ, ਕਿਉਂਕਿ ਮੈਨੂੰ ਲੱਗਦਾ ਕਿ ਵੀ ਕਰਨਾ ਪੈਣਾ ਇਹ। ਸੋ ਫਿਊਚਰ ਪਲਾਨ ਹੁਣ ਮਿਹਨਤ ਦੱਬ ਕੇ ਕਰ ਰਹੇ ਹਾਂ, ਬਾਕੀ ਜਿੱਧਰ ਬਾਬਾ ਨਾਨਕ ਲੈ ਕੇ ਚਲੇ ਜਾਵਾਂਗੇ। ਪਰਿਵਾਰਾਂ ਦੀ ਵੀ ਇਹੀ ਖਾਹਿਸ਼ ਆ ਕਿ ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਸਕਰੀਨ ਤੇ, ਬੜੇ ਸਕਰੀਨ ਤੇ ਵੀ ਦੇਖੋ ਜੀ। ਜਦੋਂ ਕੋਈ ਵੀ ਫਿਲਮ ਕਰਦੇ ਹੋ ਜੀ, ਸਪੋਜ਼ ਕਰ ਲਓ ਕੋਈ ਵੀ ਸਟੋਰੀ ਆ ਵੀ ਆਹ ਸਟੋਰੀ ਕਰਨੀ ਹੈ ਜੀ, ਤਾਂ ਇੱਕਦਮ ਸਟੋਰੀ ਨੂੰ ਜਦੋਂ ਤੁਸੀਂ ਸਾਈਨ ਵਗੈਰਾ ਕਰਦੇ ਹੋ ਕੋਈ ਫਿਲਮ,
ਉਸ ਫਿਲਮ ਦੇ ਵਿੱਚ ਕੰਮ ਕਰਨ ਤੋਂ ਪਹਿਲਾਂ ਪ੍ਰੋਪਰ ਤਰੀਕੇ ਨਾਲ ਉਹਦਾ ਵਰਕਆਊਟ ਕਰਦੇ ਹੋ ਵੀ ਹਾਂ ਉਹਦੇ ਵਿੱਚ ਪੂਰੀ ਤਰ੍ਹਾਂ ਖੁੱਬਦੇ ਹੋ, ਜਾਂ ਫਿਰ ਸਿੱਧੇ ਜਾ ਕੇ ਵੀ ਦੱਸੋ ਜੀ ਸ਼ੂਟਿੰਗ ਕਦੋਂ, ਅਸੀਂ ਉਸ ਦਿਨ ਚੱਲੀਏ? ਮੈਨੂੰ ਬਈ ਬਾਹਲੀ ਮਾੜੀ ਆਦਤ ਆ ਵੀ ਬਾਹਲੀ ਵਾਰੀ ਕੀ ਹੁੰਦਾ ਕਿ ਮੈਂ ਚਾਹੁੰਦਾ ਹੁੰਦਾ ਕਿ ਉਹਦਾ ਮੂੰਹ ਬੰਦ ਰੱਖਾਂ ਜਦੋਂ ਆਪਾਂ ਮਤਲਬ ਵੀ ਕੋਈ ਵੀ ਫਿਲਮ ਕਰਦੇ ਆ। ਹਾਂਜੀ। ਪਰ ਜਦੋਂ ਕੋਈ ਗਲਤ ਚੀਜ਼ ਲੱਗਦੀ ਆ ਬੋਲ ਹੋ ਜਾਂਦਾ। ਤੇ ਜਿਹੜੀ ਵੀ ਫਿਲਮ ਮੈਂ 3 ਫਿਲਮਾਂ, ਇੱਕ ਜਿਹਦਾ ਸ਼ੂਟ ਹੋਣਾ 2 ਮੈਂ ਕਰ ਚੁੱਕਿਆ ਜੀ। ਮੈਨੂੰ ਇਕੱਲੇ ਮੇਰੇ ਹੀ ਨਹੀਂ, ਮੈਨੂੰ ਬਾਕੀ ਆਰਟਿਸਟਾਂ ਦੇ ਕਰੈਕਟਰ ਯਾਦ ਨੇ ਕਿ ਕਿਹਨੇ ਕੀ ਕੀਤਾ ਹਨਾ। ਮਤਲਬ ਉਹ ਜ਼ਰੂਰੀ ਆ। ਤੁਸੀਂ ਜਦੋਂ ਇੱਕ ਫਿਲਮ ਦੀ ਸਟੋਰੀ ਨੂੰ ਘੱਟੋ ਘੱਟ 5 7 10 15 20 ਵਾਰੀ ਪੜ੍ਹ ਲੈਣੇ, ਜਦੋਂ ਤੁਹਾਨੂੰ ਸਟੋਰੀ ਯਾਦ ਹੋਗੀ ਉਦੋਂ ਤੁਸੀਂ ਕਰੈਕਟਰ 'ਚ ਵੜਦੇ ਹੋ। ਜਦੋਂ ਤੁਸੀਂ ਇਕੱਲੇ ਸ਼ੂਟ ਤੇ ਜਾਂਦੇ ਹੋ, ਵੈਨਿਟੀ 'ਚ ਬੈਠੇ ਹੋ, ਤੁਹਾਡੇ ਕੋਲੇ ਸਵੇਰੇ ਡਾਇਲੌਗ ਆ ਗਏ ਵੀ ਸਵੇਰੇ ਵੀ ਆਹ ਸੀਨ ਕਰ ਲੈਣੇ ਤੇ ਤੁਸੀਂ ਯਾਦ ਕਰ ਲਓ। ਹੁਣ ਜਦੋਂ ਤੁਸੀਂ ਫਿਲਮ ਦੇ ਸਿਰਫ 3 ਸੀਨ ਫੜ ਕੇ, ਹੋ ਸਕਦਾ ਕਿ ਜਦੋਂ ਡਾਇਰੈਕਟਰ ਸ਼ੁਰੂ ਕਰ ਰਿਹਾ, ਜੇ ਫਿਲਮ 'ਚ 65 ਸੀਨ ਹੁੰਦੇ ਨੇ, ਟੋਟਲ 65 ਤੋਂ 70 ਹੁੰਦੇ ਨੇ, ਠੀਕ ਹੈ ਜੀ। ਤੁਹਾਨੂੰ ਪਹਿਲੇ ਦਿਨ ਤੁਸੀਂ ਸ਼ੂਟ ਕਰ ਰਹੇ ਹੋ, ਤੁਹਾਨੂੰ ਲੋਕੇਸ਼ਨ ਦੀ ਪਰਮਿਸ਼ਨ ਮਿਲੀ ਹੈ, ਤੁਸੀਂ 55 ਨੰਬਰ ਸੀਨ ਤੋਂ ਸ਼ੁਰੂ ਹੋ ਗਏ। ਸਟੋਰੀ ਤੁਸੀਂ ਪੜ੍ਹੀ ਨਹੀਂ ਹੈਗੀ ਫਿਲਮ ਦੀ, ਤੁਹਾਨੂੰ ਪਤਾ ਨਹੀਂ, ਤੁਸੀਂ ਸਿਰਫ ਆਪਦੇ ਉਹ 3 ਸੀਨ ਪੜ੍ਹੇ ਨੇ ਤੇ ਤੁਸੀਂ ਉਹ ਤੁਹਾਨੂੰ ਕਿਵੇਂ ਪਤਾ ਕਿ ਜਦੋਂ ਪਹਿਲਾ ਸੀਨ ਆਇਆ ਸੀ ਤੁਹਾਡਾ ਕੀ ਕੀ ਸੀ, ਕੀ ਹਾਲ ਭਾਵ ਸੀ, ਸੈਕਿੰਡ 'ਚ ਕੀ ਸੀ, ਕਿਵੇਂ ਤੁਸੀਂ ਅੱਪ ਗਏ ਹੋ, then how can you shoot that? ਤੁਸੀਂ 55 ਨੰਬਰ ਸੀਨ ਕਿਵੇਂ ਪੜ੍ਹ ਸਕਦੇ ਹੋ, ਪੜ੍ਹ ਸਕਦੇ ਹੋ ਕਿ ਇਹ 'ਚ ਮੈਂ ਕੀ ਕਰਨਾ। ਉਹ ਤੁਸੀਂ ਤਾਂ ਹੀ ਪੜ੍ਹ ਸਕਦੇ ਹੋ ਜੇ ਤੁਸੀਂ ਸਾਰੀ ਸਟੋਰੀ ਪਹਿਲਾਂ ਪੜ੍ਹੀ ਵੀ ਹੋਊਗੀ ਔਰ ਤੁਹਾਨੂੰ ਸਟੋਰੀ ਯਾਦ ਹੋਊਗੀ ਵੀ ਐਂ ਹੋਇਆ ਸੀ, ਤਾਂ ਕਰਕੇ 55 ਨੰਬਰ ਸੀਨ ਤੇ ਪਿੱਛੇ ਆਹ ਹੋ ਚੁੱਕਿਆ ਤੇ ਮੈਨੂੰ ਇੱਥੇ ਆਹ ਕਰਨਾ ਪੈਣਾ ਤੇ ਮੇਰੇ ਮਤਲਬ ਇਹ ਚੀਜ਼ਾਂ ਮੈਨੂੰ ਇੱਥੇ ਜ਼ਰੂਰੀ ਨੇ ਕਰਨੀਆਂ। ਹਾਂਜੀ, ਨਹੀਂ ਬਹੁਤ ਵਧੀਆ ਗੱਲ ਹੈ ਜੀ। ਔਰ ਫਿਊਚਰ ਦੇ ਪਲਾਨ ਦੇ ਵਿੱਚ ਕੀ ਕੋਈ ਇਸ ਤਰ੍ਹਾਂ ਦੀ ਸਟੋਰੀ ਜਿਹੜੀ ਕੈਨੇਡਾ ਦੀ ਲਾਈਫ ਦੇ ਉੱਤੇ ਆਧਾਰਿਤ ਹੋਵੇ ਜੀ? ਕਿਉਂਕਿ ਹੁਣ ਜੇ ਦੇਖਿਆ ਜਾਵੇ ਸਾਡਾ ਇਹ ਵੀ ਇੱਕ ਮਿੰਨੀ ਪੰਜਾਬ ਬਣ ਚੁੱਕਿਆ ਜੀ। ਪੰਜਾਬ ਵੀ ਅਜੇ ਮਿੰਨੀ ਨਹੀਂ, ਮੇਨ ਆ ਉਹ ਮਿੰਨੀ ਉੱਧਰ ਰਹਿ ਗਿਆ। ਹੁਣ ਤਾਂ ਮੈਨੂੰ ਲੱਗਦਾ ਇੱਕ ਦਿਨ ਇਹ ਹੋਇਆ ਕਰਨਾ ਜੀ ਕਿ ਆਪਣੇ ਪੇਰੈਂਟਸ ਨੇ ਨਾ ਆਪਣੇ ਬੱਚਿਆਂ ਨੂੰ ਹਾਕ ਮਾਰਿਆ ਕਰਨੇ ਕਿ ਆਜੋ ਭੱਜ ਕੇ ਓਏ ਮੋਣਿਆ ਤੈਨੂੰ ਗੋਰਾ ਦਿਖਾਈਏ। ਸਹੀ ਗੱਲ ਹੈ, ਏਦਾਂ ਹੋ ਜਾਣਾ, ਸਰੀ ਚ ਤਾਂ ਹੋ ਜਾਊਗਾ ਜੀ। ਕੋਈ ਇਸ ਤਰ੍ਹਾਂ ਦਾ ਕਰ ਰਹੇ ਹੋ ਜੀ ਕਿ ਕਦੇ ਸਟੂਡੈਂਟਸ ਦੇ ਉੱਤੇ ਇੱਥੋਂ ਦੇ ਜਾਂ ਇੱਥੋਂ ਦੇ ਹਾਲਾਤਾਂ ਦੇ ਉੱਤੇ ਕੋਈ ਫਿਲਮ ਬਣਾਈ ਜਾਵੇ ਜੀ? ਕਦੇ ਹੈ ਕੋਈ ਪਲਾਨ ਇਸ ਤਰ੍ਹਾਂ ਦਿਲ 'ਚ? ਸ਼ੋਰਲੀ ਕਰੂੰਗਾ ਜੀ, ਮਤਲਬ ਕੁਝ ਡਿਫਰੈਂਟ ਮਿਲੂਗਾ ਤਾਂ ਜ਼ਰੂਰ ਕਰੂੰਗਾ ਨਾ ਜੀ, ਕਿਉਂਕਿ ਮੈਨੂੰ ਆਦਤ ਆ ਕਿ ਮੈਂ ਅਸੀਂ ਵੀਡੀਓ ਸ਼ੂਟ ਵੀ, ਜੇ ਤੁਸੀਂ ਗੱਲ ਕਰਦੇ ਸੀ ਕਰੀਏ ਤਾਂ ਉੱਤੇ ਵੀ ਬਹੁਤ ਵਰਕ ਕਰੀਦਾ ਪਹਿਲਾਂ। ਜੀ ਬਿਲਕੁਲ। ਜਿੰਨੇ ਕਿ ਵੀਡੀਓ ਕੀਤੇ ਨੇ ਮੈਨੂੰ ਹੁੰਦਾ ਕਿ ਕੰਪਨੀ ਵੀ ਕਹਿੰਦੀ ਹੈ ਕਿ ਯਾਰ ਵੀ ਤੂੰ ਬਹੁਤ ਜ਼ੋਰ ਲਾਉਣਾ ਵੀਡੀਓ ਦੇ, ਬਹੁਤ ਵੱਡੇ, ਮਤਲਬ ਸਾਡੀ ਕੋਸ਼ਿਸ਼ ਸੀ ਕਿ ਵੱਡਾ ਵੀਡੀਓ ਕਰੀਏ, ਕਨਸੈਪਟ ਹੋਵੇ ਉਹਦੇ ਵਿੱਚ ਕੁਛ ਨਾ ਕੁਛ, ਮਤਲਬ ਜੇ ਉਸ ਚੀਜ਼ ਤੇ ਅਸੀਂ ਇੰਨਾ ਜ਼ੋਰ ਲਾਉਂਦੇ ਫਿਲਮ 'ਤੇ ਤਾਂ ਨੈਚੁਰਲ ਆਵਾਂਗੇ ਔਰ ਹੋਪਫੁਲੀ ਜ਼ਰੂਰ ਕਰਾਂਗੇ ਇਹੋ ਜਿਹੀ। ਪਰ ਜੇ ਕਰੂੰਗਾ ਤਾਂ ਵਧੀਆ ਕਰੂੰਗਾ, ਕੋਈ ਬਾਕੀ ਤਾਂ ਮੈਨੂੰ ਪਤਾ ਨਹੀਂ, ਮੈਂ ਉਹਨਾਂ ਕੁ ਕਰੂੰ ਜਿੰਨੀ ਕਿ ਮੇਰੀ ਸੋਚ ਆ। ਹੋ ਸਕਦਾ ਮੇਰੀ ਸੋਚ ਛੋਟੀ ਹੋਵੇ, ਬਟ ਆਈ ਵਿਲ ਟਰਾਈ ਟੂ ਡੂ ਕਿ ਮੈਂ ਕੁਝ ਵੱਖਰਾ ਤੇ ਵਧੀਆ ਕਰਾਂ। ਬਹੁਤ ਖੂਬ ਜੀ। ਹਰ ਇੱਕ ਆਰਟਿਸਟ ਨੂੰ ਆਪਣਾ ਸਾਰੇ ਗੀਤ ਵਧੀਆ ਲੱਗਦੇ ਹੁੰਦੇ ਜੀ। ਕੋਈ ਵੀ ਤੁਹਾਡਾ ਗੀਤ ਜੋ ਦਿਲ ਦੇ ਬਹੁਤ ਕਲੀਜ਼ ਹੋਵੇ ਤੇ ਤੁਸੀਂ ਸਾਡੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦੇ ਜੀ? ਪੁਰਾਣੇ ਗਾਣੇ ਦੇਖੋ, ਜਦੋਂ ਕੀ ਹੁੰਦਾ ਕਿ ਆਰਟਿਸਟਾਂ ਦੇ ਉੱਪਰ ਕੰਟਰੋਵਰਸੀ ਹੁੰਦੀ ਹੈ ਨਾ ਜੀ, ਆਲਵੇਜ਼ ਉਹਨਾਂ ਦੀਆਂ ਉਹ ਚੀਜ਼ਾਂ ਚੱਕੀਆਂ ਜਾਂਦੀਆਂ ਨੇ ਜੋ ਨੈਗੇਟਿਵ ਹੁੰਦੀਆਂ ਨੇ ਕਿ ਇਹਨੇ ਆਹ ਕਰਤਾ। ਪਰ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਨੂੰ ਗਾਣਾ ਯਾਦ ਆ ਰਿਹਾ, ਮੈਂ ਤਾਂ ਕਹਿ ਰਿਹਾ ਕਿ ਜਦੋਂ ਮੈਂ ਛੋਟਾ ਸੀ 22 ਸਾਲਾਂ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤੇ ਮੈਂ ਲਿਖਣਾ ਸ਼ੁਰੂ ਕਰਤਾ ਨਾ, ਬਟ ਉਸ ਵੇਲੇ ਵੀ ਮੈਂ ਗਾਣੇ ਕੀਤੇ ਸੀ ਕਿ ਅਸੀਂ ਆਸ਼ਿਕ ਸੂਲੀਆਂ ਦੇ ਸੋਹਣੀਆਂ ਕੀ ਸੂਲਾਂ ਤੋਂ ਡਰਨਾ, ਜਿਹੜੇ ਆਸ਼ਿਕ ਬਣ ਜਾਂਦੇ ਪੈਂਦਾ ਚਰਖੜੀਆਂ ਤੇ ਚੜਨਾ, ਗੱਡੇ ਭਰ ਲੈ ਕੇ ਸੋਨਾ, ਬੜੀ ਗੋਰਾ ਕੌਮ ਸਕੀਮੀ, ਪੌਂਡ ਹੋ ਗਿਆ 90 ਦਾ ਸਾਨੂੰ ਕਹਿੰਦੇ ਰੱਖੋ ਹਲੀਮੀ, ਬਾਬਾ ਗੁਰਦਿੱਤ ਸਿਆਂ ਸਦਕੇ ਗਦਰੀ ਸੋਚੋ ਸਾਰੂ, ਸਾਡੇ ਡੁੱਬਦੇ ਬੇੜੇ ਤਾਰ ਗਿਆ ਤੇਰਾ ਕੰਮ ਆ ਗਾਟਾ ਮਾਰੂ, ਅਣਖਾਂ ਨਾਲ ਜਿਉਣੇ ਆ ਸਿੱਖਿਆ ਹੱਕ ਦੀ ਖਾਤਰ ਲੜਨਾ, ਅਸੀਂ ਆਸ਼ਿਕ ਸੂਲੀਆਂ ਦੇ ਸੋਹਣੀਆਂ ਕੀ ਸੂਲਾਂ ਤੋਂ ਡਰਨਾ, ਹਨਾ। ਉਸ ਵੇਲੇ ਵੀ ਗਾਣੇ ਕੀਤੇ ਸੀਗੇ ਕਿ ਡਰ ਕੇ ਜਿਉਣਾ ਵੀ ਕੀ ਮਿੱਤਰੋ ਜੀਣਾ ਏ, ਇਹ ਅਣਖ ਆਬਰੂ ਸਿਦਕ ਉਮਰ ਦਾ ਗਹਿਣਾ ਏ, ਸਾਡੇ ਸਿਰ ਸਤਿਗੁਰ ਦੀ ਛਾਂ, ਦੇਸ਼ ਸਾਡਾ ਰੇਸ਼ੀਆਂ ਮੁਨੀਆਂ ਦਾ, ਉਹ ਰੱਬ ਨੂੰ ਲੇਖਾ ਦੇਣਾ ਰੋਬ ਕੋ ਚੱਲ ਗਿਆ ਦੁਨੀਆ ਦਾ। ਮਤਲਬ ਉਸ ਵੇਲੇ ਵੀ ਹਨਾ ਉਹ ਇਹ ਗਾਣੇ ਲਿਖੇ ਤੇ ਕੀਤੇ ਤੇ ਮੈਂ ਤੁਹਾਨੂੰ ਅੱਜ ਉਹੀ ਗਾਣਾ ਮੈਂ ਗਾ ਕੇ ਸੁਣਾਉਣਾ। ਹਾਂ, ਉਹ ਡਰ ਕੇ ਜਿਉਣਾ ਵੀ ਕੋਈ ਮਿੱਤਰੋ ਜੀਣਾ ਏ, ਇਹ ਅਣਖ ਆਬਰੂ ਸਿਦਕ ਉਮਰ ਦਾ ਗਹਿਣਾ ਏ, ਸਾਡੇ ਸਿਰ ਦਾਤੇ ਦੀ ਛਾਂ, ਸਾਡੇ ਸਿਰ ਸਤਿਗੁਰ ਦੀ ਛਾਂ, ਦੇਸ਼ ਸਾਡਾ ਰਿਸ਼ੀਆਂ ਮੁਨੀਆਂ ਦਾ, ਔਰ ਰੱਬ ਨੂੰ ਲੇਖਾ ਦੇਣਾ ਰੂਪ ਕਿਉਂ ਚੱਲੀਏ ਦੁਨੀਆ ਦਾ, ਔਰ ਰੱਬ ਨੂੰ ਲੇਖਾ ਦੇਣਾ ਰੂਪ ਕਿਉਂ ਚੱਲੀਏ ਦੁਨੀਆ ਦਾ। ਬਹੁਤ ਵਧੀਆ ਜੀ ਸਿੱਪੀ ਵੀਰ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਸਾਡੇ ਪਰਿਵਾਰ ਦੇ ਨਾਲ ਇੱਕ ਵਧੀਆ ਖੁੱਲੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਜੀ। ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਤੁਸੀਂ ਵਧੀਆ ਗੀਤਾਂ ਰਾਹੀਂ ਅਤੇ ਵਧੀਆ ਫਿਲਮਾਂ ਰਾਹੀਂ ਸਾਨੂੰ ਹਾਜ਼ਰੀ ਲਾਉਂਦੇ ਰਹੋ ਜੀ। ਸਾਡੇ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਬਾਈ ਜੀ।